दिल्ली दीयां बरूहां दे उपर किसान बैठे हुए ने, धरने ला के बैठे हुए ने, मुजाहरे हो रहे हैं, सारा कुछ वापर रहा हैगा कि साडे हक्कां दे उपर सरकार डाका मारन जा रही हैगी आ, असीं अपने हक लैणे ने, जिहड़े कानून बनाए ने 3 असीं रद्द करवा के ही घरां नूं मुड़ना हैगा। सो एक वो माहौल हैगा, शांतमई तरीके नाल सारा कुछ चल रहा हैगा। और पिछली कल तो लैके अज तक बहुत सारे नौजवान पंजाब दे इदां दे हैगे ने, एक पत्रकार होने के नाते मैनूं भी फोन करते हैगे आ, सलाहां भी लैंदे हैगे आ, सारा कुछ करते हैगे कि साडी आवाज़ जिहड़ी आ लोकां तक पहुँचे, वजह की हैगी आ। NIA दे वल्लों उन्हां नूं समनिंग हुई हैगी आ, उन्हां नूं नोटिस जारी होया कि तुसीं दिल्ली आओ, असीं तुहानूं किसी केस दे विच कोई ना कोई पुੱਛ-ਗਿੱਛ करनी है। हुण बहुत सारे नौजवान, बहुत सारे लोग जिहड़े हैगे ने, जिन्हां ने बहुत कुछ पिंडे दे उपर हंडाया होया, वो सोशल मीडिया दे उपर जाके गल करदे आ कि घबराउण दी कोई लोड़ नहीं हैगी, तुसीं उत्थे जाओ, तुहानूं जो कुछ पुੱਛਣਗੇ तुसीं ਉਹਦੇ जवाब सही दे देने आ। पर बहुत सारे नौजवान जिहड़े हैगे ने, वो घबराए होए आ, उन्हां नूं लगदा कि असीं जाइए जां ना जाइए, ਉਹ ਵਕੀਲਾਂ ਦੇ ਨਾਲ ਵੀ ਸਲਾਹ ਕਰਨੀ ਚਾਹੁੰਦੇ ਹੈਗੇ ਆ। ਸੋ ਅੱਜ ਆਪਾਂ ਚੰਡੀਗੜ੍ਹ ਹੈਗੇ ਆ, ਸੀਨੀਅਰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਹੈਗੇ ਨੇ, ਆਪਾਂ ਉਹਨਾਂ ਦੇ ਨਾਲ ਇਸ ਸੰਬੰਧ ਵਿੱਚ ਕਰਾਂਗੇ ਗੱਲਬਾਤ। ਚਾਹਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਾਹਲ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਹੈਗਾ ਕਿ ਜਿਹੜੀ ਨੌਜਵਾਨਾਂ ਨੂੰ ਇਹ ਸਮਨਿੰਗ ਹੋ ਰਹੀ ਹੈਗੀ ਆ, ਤੁਹਾਡੇ ਕੋਲ FIR ਦੀ ਕਾਪੀ ਹੈਗੀ ਆ ਕੋਈ? ਮੈਂ ਚਾਹੁੰਦਾ ਕਿ ਜ਼ਰੂਰ ਦੱਸੋ ਭਈ ਕੀ ਹੈਗਾ, ਸਾਰਾ ਕੁਝ ਕੀ ਹੋ ਰਿਹਾ ਹੈ। ਦੇਖੋ, ਇਸ ਤਰ੍ਹਾਂ ਦੀ ਜਿਹੜੀ ਗੱਲ ਹੈ, ਇਹਦਾ ਪਿਛੋਕੜ ਜਿਹੜਾ ਪਿਛਲਾ ਮੋਰਚਾ ਚੱਲ ਰਿਹਾ ਕਿਸਾਨਾਂ ਮਜ਼ਦੂਰਾਂ ਦਾ ਦਿੱਲੀ, ਉਹਦੇ ਨਾਲ ਇਹਨੂੰ ਜੋੜਿਆ ਜਾ ਸਕਦਾ, ਕਿਉਂਕਿ ਪਹਿਲੇ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਗਵਰਨਮੈਂਟ ਆਫ ਇੰਡੀਆ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਉਸ ਮੋਰਚੇ ਨੂੰ ਸਹਾਇਤਾ ਦੇ ਰਹੇ ਨੇ, ਚਾਹੇ ਮਦਦ ਕਰ ਰਹੇ ਨੇ, ਸਪੋਰਟ ਕਰ ਰਹੇ ਨੇ, ਉਹਨਾਂ ਨੂੰ ਵੀ ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ED ਵੱਲੋਂ ਜਿਹੜਾ ਹੈ, ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਹ ਜਿਹੜੇ ਕਮਿਸ਼ਨ ਏਜੰਟ ਸੀ, ਚਾਹੇ ਹੋਰ ਸੱਜਣ ਸਨ, ਉਹਨਾਂ ਨੂੰ ਵੀ ਜਾਂ ਉਹਨਾਂ 'ਤੇ ਰੇਡਿੰਗ ਕੀਤੀ ਜਾਂ ਉਹਨਾਂ ਨੂੰ ਨੋਟਿਸ ਦਿੱਤੇ ਗਏ, ਅਤੇ ਪਿੱਛੋਂ ਇਹ ਪਤਾ ਲੱਗਾ ਵੀ ਉਹ ਕਿਸੇ ਦੀ ਲੋੜ ਨਹੀਂ ਸੀ। ਸੋ ਇਹ ਵੀ ਇਸ ਸੰਦਰਭ ਦੇ ਵਿੱਚ ਇਹ FIR ਜਿਹੜੀ ਹੈ ਕਿੰਨੀ ਦੇਰ ਦੀ ਪਹਿਲੇ ਦੀ ਰਜਿਸਟਰ ਹੋਈ ਹੈ, ਅਤੇ ਹੁਣ ਇਹਦੇ 'ਚ ਆਣ ਕੇ ਨੌਜਵਾਨ ਨੂੰ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ, ਜਿਹੜੇ ਸਾਰੇ ਦੇ ਸਾਰੇ ਮੋਰਚੇ ਦੇ ਨਾਲ 100% ਜਿਹੜੇ ਸਪੋਰਟ ਦੇ ਰਹੇ ਨੇ, ਉਹਨਾਂ ਨੂੰ ਇਹ ਨੋਟਿਸ ਜਾਰੀ ਕਰਨ ਤੋਂ ਪਤਾ ਲੱਗਦਾ ਹੈ ਵੀ ਇਹ ਏਜੰਸੀ ਜਿਹੜੀ ਸਰਕਾਰ ਦੀ ਹੈਗੀ ਆ, ਇਹ ਸਰਕਾਰ ਦੇ ਇਸ਼ਾਰੇ 'ਤੇ ਇਹਨਾਂ ਨੂੰ ਨੋਟਿਸ ਜਾਰੀ ਕਰ ਰਿਹਾ ਤਾਂ ਕਿ ਇਹ ਮੋਰਚੇ ਦੇ ਵਿੱਚ ਸਪੋਰਟ ਕਰ ਸਕਣ। ਇਹ ਜਿਹੜੀ FIR ਹੈਗੀ ਹੈ, ਮੈਂ ਚਾਹੁੰਦਾ ਕਿ ਉਹ ਵੀ ਜ਼ਰੂਰ ਦਿਖਾ ਦਿਓ ਵੀ ਉਹ FIR ਜਿਹੜੀ ਹੈਗੀ ਉਹ ਕਿਹਨਾਂ ਦੇ ਖਿਲਾਫ ਆ। ਕਿਹਨਾਂ ਦੇ ਮੈਂ ਜੀ, ਇੱਕ FIR ਹੈਗੀ ਆ ਜੀ, ਤੁਹਾਨੂੰ ਉਹ ਕਾਪੀ ਜਿਹੜੀ ਹੈਗੀ ਉਹ ਦਿਖਾ ਵੀ ਦਿੰਦੇ ਹੈਗੇ ਆ, ਐਡਵੋਕੇਟ ਸਾਹਿਬ ਦੇ ਕੋਲੋਂ ਜਾਣ ਲੈਂਦੇ ਆ। ਦੇਖੋ, ਜਿਹੜੀ FIR ਨਾ ਜੀ, ਉਹਨਾਂ ਦੇ ਵਿੱਚ ਤੇ ਇਹਨਾਂ ਦੇ ਨਾਂ ਨਹੀਂ ਹੈਗੇ। ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਨਾ ਹੁਣ, ਉਹਨਾਂ ਨੂੰ ਐਜ਼ ਗਵਾਹ ਦੇ ਤੌਰ 'ਤੇ ਅਜੇ ਬੁਲਾ ਰਹੇ ਨੇ ਜੀ, ਅਤੇ ਗਵਾਹ ਦੇ ਤੌਰ 'ਤੇ ਬੁਲਾ ਕੇ ਵੀ ਉਹਨਾਂ ਨੂੰ ਮੁਲਜ਼ਮ ਬਣਾ ਸਕਦੇ ਨੇ। ਓਕੇ, ਅੱਛਾ। ਅਤੇ ਇਹ ਇਸ ਕਰਕੇ ਉਹ ਜਿਹੜਾ ਹੈ ਉਹਨਾਂ ਦਾ ਇਹ ਕਾਰਵਾਈ ਵੇਖਣ ਵਾਲੀ ਰਹਿ ਗਈ ਵੀ ਉਹਨਾਂ ਨੇ ਜਦੋਂ ਗਵਾਹ ਬਣਾਇਆ, ਗਵਾਹ ਤੋਂ ਬਾਅਦ ਉਹਨਾਂ ਨੂੰ ਮੁਲਜ਼ਮ ਬਣਾ ਲੈਂਦੇ ਆ, ਅਤੇ ਫਿਰ ਉਹ ਮੁਸ਼ਕਿਲ ਤਾਂ ਪੈਦਾ ਹੋ ਜਾਏਗੀ ਉਹਨਾਂ ਲੋਕਾਂ ਲਈ। ਇਹਨਾਂ ਲੋਕਾਂ ਨੂੰ ਗਵਾਹੀ ਮਤਲਬ ਐਡਾ ਵੱਡਾ ਕੇਸ ਉਹਨਾਂ ਨੇ ਬਣਾ ਦਿੱਤਾ ਹੈ। ਪੰਨੂ ਬਾਹਰ ਬੈਠਾ ਹੈ, ਬਾਕੀ ਸੱਜਣ ਜਿਨ੍ਹਾਂ ਦੇ ਨਾਂ ਇੱਥੇ ਲਿਖੇ ਨੇ ਉਹ ਬਾਹਰ ਬੈਠੇ ਨੇ ਜੀ। ਉਹਨਾਂ ਦੀ ਜਿਹੜੀ ਹੈ ਇਹਨਾਂ ਦੇ ਨਾਲ ਕੀ ਸ਼ਮੂਲੀਅਤ ਹੋ ਸਕਦੀ ਆ, ਇਹਨਾਂ ਤੋਂ ਕੀ ਪੁੱਛਣਾ ਹੈ, ਇਹ ਗੱਲ ਜਿਹੜੀ ਹੈ ਬੜੀ ਪਰੇਸ਼ਾਨੀ ਵਾਲੀ ਗੱਲ ਹੈ। ਅਤੇ ਜੇ ਪੁੱਛਣਾ ਹੀ ਆ ਤਾਂ ਇਹ ਜ਼ਰੂਰੀ ਕੋਈ ਨਹੀਂ ਉਹਨਾਂ ਨੂੰ ਉੱਥੇ ਕਿਉਂ ਬੁਲਾਉਂਦੇ ਨੇ। ਇਹਨਾਂ ਦੀ ਇੱਥੇ ਆਪਣੀ ਬ੍ਰਾਂਚ ਹੈਗੀ ਚੰਡੀਗੜ੍ਹ, ਇੱਥੇ ਕਿਉਂ ਨਹੀਂ ਬੁਲਾ ਲੈਂਦੇ। ਐਡੀ ਦੂਰ ਪੁੱਛਣ ਦੀ ਜਿਹੜੇ ਸੈਂਕੜੇ ਮੀਲ ਲੋਕ ਜਿਹੜੇ ਉੱਥੇ ਟਰੈਵਲ ਕਰਕੇ ਜਾਣਗੇ, ਆਪਣੇ ਖਰਚੇ 'ਤੇ ਜਾਣਗੇ, ਜਿਹੜਾ ਕਿ ਠੀਕ ਨਹੀਂ ਲੱਗਦਾ। ਅੱਛਾ, ਮੈਂ ਚਾਹੁੰਦਾ ਹੈਗਾ ਕਿ ਜਿਹੜੇ ਸਾਡੇ ਦਰਸ਼ਕ ਹੈਗੇ ਉਹਨਾਂ ਨੂੰ FIR ਕਿਹਨਾਂ ਦੇ ਖਿਲਾਫ ਹੈ, ਉਹਦੇ ਵਿੱਚ ਨਾਮ ਕਿਹਨਾਂ ਦੇ ਹੈਗੇ ਔਰ ਅੰਡਰ ਸੈਕਸ਼ਨ ਕੀ ਹੈਗਾ, ਉਹ ਵੀ ਥੋੜ੍ਹਾ ਜਿਹਾ ਆਪਾਂ ਮੈਂ ਦਿਖਾ ਵੀ ਦਿੰਦਾ ਜੀ ਤੁਹਾਨੂੰ FIR ਦੀ ਕਾਪੀ। ਤੁਸੀਂ ਲਾਗੇ ਕਰਕੇ ਥੋੜ੍ਹਾ ਜਿਹਾ ਦਿਖਾ ਦਿਓ ਜੀ। ਅੰਡਰ ਸੈਕਸ਼ਨ ਜਿਹੜਾ ਹੈਗਾ 120B, 124A, 153A, 153B, 13, 17, 18, 18B ਔਰ 20 ਹੈਗਾ। ਔਰ ਬਾਈ ਨੇਮ ਜਿਹੜਾ ਹੈਗਾ ਕਿਹਨਾਂ ਦੇ ਹੈਗਾ ਉਹ ਵੀ ਆਪਾਂ ਜੀ, ਪੰਨੂ, ਪਰਮਜੀਤ ਸਿੰਘ ਪੰਮਾ ਜੀ, ਹਰਦੀਪ ਸਿੰਘ ਨਿੱਜਰ। ਹੁਣ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਹੈ ਉਹਨੇ ਤਾਂ ਆਲਰੇਡੀ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ, ਉਹ ਕੈਨੇਡਾ 'ਚ ਬੈਠਾ ਹੈ। ਕਿਸੇ ਗੁਰਦੁਆਰਾ ਸਾਹਿਬ ਦਾ ਜਿਹੜਾ ਹੈ ਉਹ ਪ੍ਰਧਾਨ ਹੈ, ਉਹਨਾਂ ਨੇ ਜਿਹੜਾ ਹੈ ਇਸ ਗੱਲ 'ਤੇ ਜਿਹੜੀ ਹੈ ਬੜੀ ਪਕਿਆਈ ਕੀਤੀ ਹੈ ਵੀ ਜਿਹੜੇ ਇੰਡੀਆ ਦੇ ਡਿਪਲੋਮੈਟ ਨੇ, ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੂੰ ਗੁਰਦੁਆਰਾ ਸਾਹਿਬ ਨਹੀਂ ਬੋਲਣ ਦੇਣਾ। ਦੂਜੀ ਗੱਲ, ਉਹਨਾਂ ਨੇ ਜਿਹੜਾ ਹੈ ਲੋਕਾਂ ਜਿਹੜੀ ਸਪੋਰਟ ਕੀਤੀ ਹੈ ਇਹਦੀ ਮੋਰਚੇ ਦੀ ਵੀ, ਸੋ ਉਹਨਾਂ ਨੂੰ ਇਸ ਕਰਕੇ ਹੀ ਬੁਲਾਇਆ ਜਾ ਰਿਹਾ ਵੀ ਉਹਨਾਂ ਨੇ ਐਕਸਪੋਰਟ ਕਿਉਂ ਕੀਤੀ ਹੈ ਜਾਂ ਉਹਨਾਂ ਨੂੰ ਮੁਲਜ਼ਮ ਬਣਾ ਲਿਆ। ਉਹਨਾਂ ਦੀ ਤਾਂ ਇੱਥੇ ਐਕਟੀਵਿਟੀ ਕੋਈ ਨਹੀਂ ਹੈਗੀ। ਜੇ ਉਹਨਾਂ ਦੀ ਕੋਈ ਐਕਟੀਵਿਟੀ ਹੈਗੀ ਆ ਜਾਂ ਕੋਈ ਕ੍ਰਾਈਮ ਹੈਗਾ ਤਾਂ ਗਵਰਨਮੈਂਟ ਆਫ ਕੈਨੇਡਾ ਨੂੰ ਰੈਫਰ ਕਰ ਦੇਣ। ਉਹ ਉੱਥੇ ਉਹਨਾਂ ਕੋਲ ਉਹਨਾਂ ਦੀ ਆਪਣੀ ਜਿਹੜੀ ਹੈ ਪ੍ਰਣਾਲੀ, ਉਹਦੇ ਅਨੁਸਾਰ ਉਹਨਾਂ 'ਤੇ ਐਕਸ਼ਨ ਲੈ ਸਕਦੇ ਨੇ। ਇਸੇ ਤਰ੍ਹਾਂ ਹੁਣ ਪੰਮਾ ਜਿਹੜਾ ਹੈ ਉਹ ਇੰਗਲੈਂਡ ਹੈ,
ਪੰਨੂ ਜਿਹੜਾ ਹੈ ਉਹ USA ਮੇਰੇ ਖਿਆਲ। ਇਸ ਕਰਕੇ ਉਹਨਾਂ ਸਾਰਿਆਂ ਨੂੰ ਉਹ ਤੇ ਇਹਨਾਂ ਦੇ ਦਾ ਨਹੀਂ ਆਉਂਦੇ, ਉਹ ਤੇ ਇਹਨਾਂ ਦੇ ਜਿਹੜੇ ਨੇ ਕਾਨੂੰਨ ਤੋਂ ਬਾਹਰ ਨੇ, ਤੇ ਇਸ ਕਰਕੇ ਉਹਨਾਂ ਦੇ ਆੜ 'ਚ ਦੂਜਿਆਂ ਲੋਕਾਂ ਨੂੰ ਫਸਾਈ ਜਾ ਰਹੇ ਨੇ ਜਾਂ ਦੂਜਿਆਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ। ਇਸ ਕਰਕੇ ਇਹ ਗੱਲ ਜਿਹੜੀ ਹੈ ਇਹ ਕਿਸੇ ਬੰਨੇ ਵੀ ਠੀਕ ਨਹੀਂ ਲੱਗਦੀ। ਇਹੋ ਜਿਹੀਆਂ ਜਿਹੜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਗੌਰਮੈਂਟ ਨੂੰ। ਇੱਕ ਸਧਾਰਨ ਤੌਰ 'ਤੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਖਾਮਖਾ ਪਰੇਸ਼ਾਨ ਕਰਨਗੇ ਤੇ ਉਹ ਪਰੇਸ਼ਾਨੀਆਂ ਜੋ ਆਣ ਕੇ ਫਿਰ ਕਿਸੇ ਬੰਨੇ ਜਿਹੜਾ ਨੱਠਣਗੇ, ਕੋਈ ਉਹਨਾਂ ਦੀ ਜਿਹੜੀ ਹੈਗੀ ਆ ਪਰੇਸ਼ਾਨੀ ਦੂਰ ਕਰਨ ਲਈ ਜਿਹੜਾ ਹੈ ਉਹ ਆਪਣਾ ਬਚਾਅ ਕਰਨਗੇ। ਤੇ ਇਹ ਕਰਨ ਦੀ ਕੀ ਲੋੜ ਪੈ ਗਈ ਉਹਨਾਂ ਨੂੰ। ਇੱਕ ਪਿੱਛੇ ਜੇ ਨੌਜਵਾਨ ਸੀਗਾ ਸ਼ਾਇਦ ਲਵਪ੍ਰੀਤ ਸਿੰਘ ਨਾਮ ਸੀਗਾ ਉਹਦਾ, ਉਹਨੂੰ ਵੀ NIA ਨੇ ਸੱਦਿਆ ਸੀਗਾ ਔਰ ਚੰਡੀਗੜ੍ਹ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਉਹਨੇ ਸੁਸਾਈਡ ਕਰ ਲਿਆ ਸੀਗਾ। ਸੋ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਨੌਜਵਾਨ ਘਬਰਾ ਜਾਂਦੇ ਕਈ ਵਾਰ। ਘਬਰਾਉਣਾ ਹੀ ਆ ਜੀ, ਜਦੋਂ ਕਿਸੇ ਦਾ ਕੋਈ ਵਾਸਤਾ ਹੀ ਨਹੀਂ ਹੈਗਾ ਤੇ ਫਿਰ ਉਹਨਾਂ ਨੂੰ ਬੁਲਾਉਣਾ ਕਿਉਂ ਹੈ। ਲਵਪ੍ਰੀਤ ਸਿੰਘ ਦੀ ਜਿਹੜੀ ਹੈ ਇਹਦੇ 'ਚ ਦੋ ਵਾਰਾਂ ਨਹੀਂ ਹੈਗੀਆਂ ਵੀ ਉਹਨਾਂ ਨੂੰ ਟੌਰਚਰ ਕੀਤਾ ਗਿਆ। ਟੌਰਚਰ ਕਰਨ ਦੇ ਅਗਲੇ ਦਿਨ ਉਹਨੂੰ ਫਿਰ ਬੁਲਾਇਆ, ਜਦੋਂ ਉਹਦੇ ਕੋਲ ਕੋਈ ਹੈ ਹੀ ਨਹੀਂ ਮਾਮਲਾ ਤੇ ਫਿਰ ਉਹਨੂੰ ਅਗਲੇ ਦਿਨ ਬੁਲਾਇਆ। ਉਹਦੇ ਮਨ 'ਤੇ ਬੜੀ ਪਰੇਸ਼ਾਨੀ ਹੋਊ ਵੀ ਇਹ ਤਾਂ ਮੈਨੂੰ ਕੁੱਟ-ਕੁੱਟ ਕੇ ਮਾਰ ਦੇਣਗੇ। ਉਹਨੇ ਆਪਣਾ ਜਿਹੜਾ ਹੈ ਆਤਮ ਹੱਤਿਆ ਕਰ ਲਈ। ਫਿਰ ਐਡਵੋਕੇਟ ਸਾਹਿਬ ਹੁਣ ਜਿਨ੍ਹਾਂ ਨੂੰ ਸਮਨਿੰਗ ਹੋਈ ਹੈਗੀ ਆ ਇਸ ਕੇਸ ਦੇ ਵਿੱਚ, ਜਿੱਦਾਂ ਲਵਪ੍ਰੀਤ ਸਿੰਘ ਨਾਲ ਜੋ ਕੁਝ ਵਾਪਰਿਆ, ਫਿਰ ਤੁਹਾਡੇ ਹਿਸਾਬ ਨਾਲ ਹੁਣ ਨੌਜਵਾਨਾਂ ਨੂੰ ਕਰਨਾ ਕੀ ਚਾਹੀਦਾ? ਦੇਖੋ ਮੇਰਾ ਇਹਦੇ 'ਚ ਆਪਣਾ ਰਾਏ ਆ ਵੀ ਇਹਨਾਂ ਨੇ ਸਾਰਿਆਂ ਨੂੰ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਲਿਖ ਕੇ ਵੀ ਤੁਸੀਂ ਜਿੱਥੇ ਅਸੀਂ ਹੈਗੇ ਹਾਂ ਚਾਹੇ ਤਾਂ ਸਾਡੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜਾ ਰਾਬਤਾ ਕਰਕੇ ਸਾਡਾ ਬਿਆਨ ਲੈ ਲਓ ਜੇ ਤੁਸੀਂ ਚਾਹੁੰਦੇ ਆ, ਤੇ ਨਹੀਂ ਤਾਂ ਸਾਨੂੰ ਤੁਸੀਂ ਇੱਕ ਸਵਾਲ ਲਿਖ ਕੇ ਭੇਜ ਦਿਓ, ਅਸੀਂ ਤੁਹਾਡਾ ਜਵਾਬ ਦੇ ਦਾਂਗੇ। ਅਸੀਂ ਕਾਹਦੇ ਲਈ ਆਈਏ ਇੱਕ ਦਿੱਲੀ ਹਜ਼ਾਰਾਂ ਜਾਂ ਸੈਂਕੜੇ ਮੀਲਾਂ ਤੋਂ ਕੋਈ ਹਜ਼ਾਰਾਂ ਰੁਪਏ ਖਰਚ ਕੇ ਉੱਥੇ ਜਾਏ, ਨਾ ਉਹਨਾਂ ਦੇ ਰਹਿਣ ਦਾ ਪ੍ਰਬੰਧ, ਨਾ ਉਹਨਾਂ ਦੇ ਖਾਣ ਦਾ ਪ੍ਰਬੰਧ, ਨਾ ਉਹਨਾਂ ਦੇ ਹੋਰ ਜਿਹੜੇ ਹੈ ਉਹਨਾਂ ਨੂੰ ਹੈਗੇ ਨੇ, ਤੇ ਉਹ ਉੱਥੇ ਜਾ ਕੇ ਇੱਕ ਰਕਮ ਦੇ ਰੁੱਲ ਜਾਣਗੇ। ਇਸ ਕਰਕੇ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਉਹਨਾਂ ਨੂੰ, ਇਹ ਜਿਨ੍ਹਾਂ ਨੇ ਸਮਨ ਭੇਜੇ, ਨੋਟਿਸ ਭੇਜਿਆ ਨਾ, ਵੀ ਤੁਸੀਂ ਸਾਡਾ ਚਾਹੇ ਤਾਂ ਵੀਡੀਓਗ੍ਰਾਫੀ ਰਾਹੀਂ ਬਿਆਨ ਲੈ ਲਓ ਜੀ ਜਿਹੜਾ ਲਾਉਂਦੇ ਆ, ਚਾਹੇ ਸਾਨੂੰ ਲਿਖਤੀ ਰੂਪ 'ਚ ਭੇਜ ਦਿਓ ਸਵਾਲ, ਅਸੀਂ ਉਹਨਾਂ ਦੇ ਜਵਾਬ ਲਿਖਤੀ ਰੂਪ 'ਚ ਭੇਜ ਦਾਂਗੇ, ਜੋ ਉਹਦੇ 'ਚੋਂ ਕੱਢਣਾ ਕੱਢ ਲਓ। ਉੱਥੇ ਬੁਲਾ ਕੇ ਇਹਦਾ ਮਤਲਬ ਇਹ ਵੀ ਉਹਨਾਂ ਨੂੰ ਜਿਹੜਾ ਪਰੇਸ਼ਾਨ ਕਰਨਗੇ, ਟੌਰਚਰ ਵੀ ਕਰ ਸਕਦੇ ਨੇ। ਜਿਸ ਤਰ੍ਹਾਂ ਲਵਪ੍ਰੀਤ ਸਿੰਘ ਦੀ ਗੱਲ ਆਈ ਹੈ ਵੀ ਜੇ ਉਹ ਲਵਪ੍ਰੀਤ ਸਿੰਘ ਨੂੰ ਟੌਰਚਰ ਨਹੀਂ ਸੀ ਕੀਤਾ ਗਿਆ, ਫਿਰ ਉਹਨੂੰ ਜਿਸ ਤਰ੍ਹਾਂ ਉਹਨੂੰ ਸੰਸਕਾਰ ਕੀਤਾ ਗਿਆ ਹੈ, ਉਹ ਬੜਾ ਬਦਕਿਸਮਤ ਸੀ ਵੀ ਪਰਿਵਾਰ ਨੂੰ ਜਿਹੜਾ ਹੈ ਕਿਸੇ ਤਰ੍ਹਾਂ ਵੀ ਉਹਨਾਂ ਦੇ ਨਾਲ ਜਿਹੜਾ ਸ਼ਾਮਲ ਨਹੀਂ ਹੋਣ ਦਿੱਤਾ। ਲੋਕ ਪੁਲਿਸ ਗਈ ਆ, ਪੁਲਿਸ ਨੇ ਜਾ ਕੇ ਉੱਥੇ ਸੰਸਕਾਰ ਕਰ ਦਿੱਤਾ ਹੈ। ਜੇ ਉਹਦਾ ਪੋਸਟਮਾਰਟਮ ਹੁੰਦਾ ਜਾਂ ਵੇਖਿਆ ਹੁੰਦਾ ਤਾਂ ਪਤਾ ਲੱਗਦਾ ਵੀ ਉਹਦੇ ਸਰੀਰ 'ਤੇ ਕੋਈ ਨਿਸ਼ਾਨ ਤਾਂ ਨਹੀਂ ਹੈਗੇ ਟੌਰਚਰ ਦੇ। ਉਹਨੂੰ ਦੂਰ ਕਰਨ ਲਈ ਉਹਦਾ ਇਸ ਤਰ੍ਹਾਂ ਸੰਸਕਾਰ ਕੀਤਾ ਗਿਆ। ਸੋ ਕਿੱਡੀ ਵੱਡੀ ਇਹ ਗੈਰ ਕਾਨੂੰਨੀ ਹੈ ਵੀ ਇੱਕ ਨੌਜਵਾਨ ਮੁੰਡਾ ਸੀ, ਉਹਦਾ ਥੋੜ੍ਹੀ ਜਿਹੀ ਦੇਰ ਪਹਿਲੇ ਵਿਆਹ ਹੋਇਆ ਸੀ ਤੇ ਉਹਨੂੰ ਮੌਤ ਦੇ ਘਾਟ ਪਤਾ ਦਿੱਤਾ। ਇਹਨਾਂ ਦੇ ਕਾਰਨ ਹੋਇਆ, ਉਹਦਾ ਮਰਨ ਨੂੰ ਉਹਦਾ ਜੀ ਕਰਦਾ ਸੀ ਇਹਨਾਂ ਨੌਜਵਾਨ। ਸੋ ਇਸ ਕਰਕੇ ਇਹ ਗੈਰ ਕਾਨੂੰਨੀ ਕਾਰਵਾਈ ਆ। ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ, ਪਹਿਲੇ ਤਾਂ ਡਾਇਰੈਕਟਲੀ ਜਿਹੜਾ ਇਹ ਕਾਨੂੰਨ ਬਣਾਇਆ ਗਿਆ, ਇਹ ਗਵਰਨਮੈਂਟ ਆਫ ਇੰਡੀਆ ਬਣਾ ਨਹੀਂ ਸਕਦੀ। ਲਾ ਐਂਡ ਆਰਡਰ ਜਿਹੜਾ ਪ੍ਰੋਬਲਮ ਆ ਉਹ ਸਟੇਟ ਦੀ ਹੈ। ਇਹ ਜਿਹੜੀ ਹੈ ਜੇ ਕੇਸ ਹੋਣਾ ਰਜਿਸਟਰ ਸਟੇਟ 'ਚ ਹੋਣਾ ਹੈ, ਪਰ ਸਟੇਟ ਗਵਰਨਮੈਂਟ ਜਿਹੜੀ ਹੈਗੀ ਉਹ ਕਿਉਂ ਨਹੀਂ ਇਹ ਗੱਲ ਬੋਲਦੀ? ਮੈਂ ਬੇਨਤੀ ਹੈ ਨਾ, ਇਹ ਤਾਂ ਹੁਣ ਸਟੇਟਾਂ ਦੀ ਕਮਜ਼ੋਰੀ ਹੈ ਨਾ, ਜਾਂ ਸਟੇਟਾਂ ਦੀ ਆਪਣੀਆਂ ਮੁਸ਼ਕਲਾਂ ਨੇ ਕੋਈ। ਜੇ ਸਟੇਟ ਇਹ ਕੇਸ ਰਜਿਸਟਰ ਕਰਦੀ ਹੈ, ਰਜਿਸਟਰ ਕਰਕੇ ਇਨਵੈਸਟੀਗੇਟ ਕਰੇਗੀ। ਜੇ ਨਹੀਂ ਕਰ ਸਕਦੀ, ਇਹ ਰੈਫਰ ਕਰ ਸਕਦੀ ਵੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੂੰ ਦੇ ਦਿਓ। ਸਿੱਧਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਜਿਹੜਾ ਲੈਣਾ ਨਾ, ਇਹ ਗੈਰ ਕਾਨੂੰਨੀ ਹੈ। ਹਾਲਾਂਕਿ ਕਾਨੂੰਨ ਬਣਾ ਦਿੱਤਾ ਹੈ ਇਹ, ਜਿਸ ਤਰ੍ਹਾਂ ਜੀ ਕਿਸਾਨਾਂ ਵਾਲੇ ਐਕਟ ਬਣਾਏ ਨਾ, ਵੀ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਅਧਿਕਾਰ ਹੀ ਨਹੀਂ ਬਣਾਉਣ ਦੀ। ਕਿਸਾਨ ਵੀ ਇੱਥੇ ਅੜੇ ਨੇ ਵੀ ਗਵਰਨਮੈਂਟ ਆਫ ਇੰਡੀਆ ਨੇ ਕਾਨੂੰਨ ਬਣਾਏ ਕਿ ਜਦੋਂ ਉਹਨਾਂ ਦਾ ਅਧਿਕਾਰ ਸੀ। ਇਸੇ ਤਰ੍ਹਾਂ ਇਹ ਲਾ ਐਂਡ ਆਰਡਰ ਦੀ ਪ੍ਰੋਬਲਮ ਹੈ। ਜਿਹੜੀ ਲਾ ਐਂਡ ਆਰਡਰ ਪ੍ਰੋਬਲਮ ਹੈ ਸਟੇਟ ਦੀ ਗੱਲ ਹੈ। ਜਿਹੜੇ ਕੇਸ ਰਜਿਸਟਰ ਹੋਣਾ ਚਾਹੀਦਾ ਸਟੇਟ ਦੇ ਵਿੱਚ ਹੋਣਾ ਚਾਹੀਦਾ। ਸਟੇਟ ਦੀ ਪੁਲਿਸ ਜਾਂ ਸਟੇਟ ਦੀਆਂ ਏਜੰਸੀਆਂ ਜਿਹੜੀਆਂ ਉਹ ਇਨਵੈਸਟੀਗੇਟ ਕਰਨਗੀਆਂ। ਜੇ ਨਹੀਂ ਕਰ ਸਕਦੀਆਂ ਤੇ ਇਹ ਉਹਨੂੰ ਸੈਂਟਰ ਗਵਰਨਮੈਂਟ ਨੂੰ ਕਹਿ ਸਕਦੀਆਂ ਵੀ ਇਨਵੈਸਟੀਗੇਟ ਕਰ ਲਓ। ਇਸ ਕਰਕੇ ਇਹ ਵੀ ਐਕਟ ਜਿਹੜਾ ਹੈ ਜਿਹਦੇ 'ਚ ਉਹਨੂੰ ਪਾਵਰ ਗਵਰਨਮੈਂਟ ਆਫ ਇੰਡੀਆ ਨੂੰ ਡਾਇਰੈਕਟ ਦੇਤੀ ਆ, ਇੱਕ ਨਵੀਂ ਏਜੰਸੀ ਬਣਾ ਦਿੱਤੀ ਆ, ਇਹ ਬਿਲਕੁਲ ਗੈਰ ਕਾਨੂੰਨੀ ਹੈ। ਬਦਕਿਸਮਤੀ ਹੈ ਹੁਣ ਇਹਨੂੰ ਗੈਰ ਕਾਨੂੰਨੀ ਨੂੰ ਕੋਈ ਚੈਲੰਜ ਕਰੇ ਤੇ ਤਾਂ ਹੀ ਆ। ਜੇ ਚੈਲੰਜ ਦੇ ਅੱਗੇ ਅਦਾਲਤਾਂ ਦਾ ਵੀ ਬੜਾ ਰੁਖ ਜਿਹੜਾ ਹੈ ਠੀਕ ਨਹੀਂ ਹੈਗਾ। ਉਹ ਗੈਰ ਕਾਨੂੰਨੀ ਜਿਹੜੀਆਂ ਨੇ ਉਹਨੂੰ ਕੋਈ ਕਹਿਣ ਨੂੰ ਤਿਆਰ ਹੀ ਨਹੀਂ। ਸੁਪਰੀਮ ਕੋਰਟ ਦਾ ਹਾਲ ਕੀ ਹੋ ਗਿਆ? ਸੁਪਰੀਮ ਕੋਰਟ ਤੇ ਸਾਰੀ ਦੀ ਸਾਰੀ ਲੋਕਾਂ ਦੀ ਜਿਹੜੀ ਬੇਇਤਬਾਰੀ ਆ ਗਈ ਹੈ ਵੀ ਸੁਪਰੀਮ ਕੋਰਟ ਜਿਹੜੀ ਹੈ ਉਹ ਇਮਾਨਦਾਰੀ ਨਾਲ ਜਿੱਥੇ ਸਰਕਾਰ ਦਾ ਮਾਮਲਾ ਆ ਜਾਂਦਾ ਤੇ ਖਾਸ ਕਰਕੇ ਗਵਰਨਮੈਂਟ ਆਫ ਇੰਡੀਆ ਦਾ ਆ ਜਾਂਦਾ, ਉੱਥੇ ਫੈਸਲੇ ਗਲਤ ਕਰ ਰਹੀ ਹੈ। ਸੋ ਢਾਂਚਾ ਹੀ ਖਰਾਬ ਕਰ ਦਿੱਤਾ ਇਹਨਾਂ ਨੇ ਜੀ। ਚੱਲ ਸਾਹਿਬ, ਮੈਂ ਤੁਹਾਨੂੰ ਇਹ ਵੀ ਜਾਣਨਾ ਚਾਹੁੰਦਾ ਹੈਗਾ, ਹੁਣ ਜਿਹਨਾਂ ਨੌਜਵਾਨਾਂ ਨੂੰ ਸਮਨਿੰਗ ਹੋਈ ਹੈ, ਜਿਨ੍ਹਾਂ ਨੂੰ ਉੱਥੇ ਸੱਦਿਆ ਗਿਆ ਹੈਗਾ, ਜੇ ਉਹਨਾਂ ਨੌਜਵਾਨਾਂ ਦੇ ਵਿੱਚੋਂ ਕੋਈ ਨੌਜਵਾਨ ਇਹ ਜਿਨ੍ਹਾਂ ਦੇ ਹੁਣ 3 ਨਾਮ ਹੈਗੇ ਆ,
ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਮਾ ਤੇ ਗੁਰਪਤਵੰਤ ਸਿੰਘ ਪੰਨੂ, ਕਿਉਂਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਇੱਥੇ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਔਰ ਸਿੱਖਸ ਫਾਰ ਜਸਟਿਸ ਨੂੰ ਉਹਨਾਂ ਨੇ ਬੈਨ ਕੀਤਾ ਹੋਇਆ ਇੰਡੀਆ ਦੇ ਵਿੱਚ। ਹੁਣ ਜੇ ਇਹਨਾਂ ਨੌਜਵਾਨਾਂ ਵਿੱਚੋਂ ਕਿਸੇ ਦੇ ਉਹਨਾਂ ਨਾਲ ਤਾਲੁਕ ਸਾਹਮਣੇ ਆਉਂਦੇ ਆ ਕਾਨੂੰਨ ਦੇ ਹਿਸਾਬ ਨਾਲ ਤਾਂ ਫਿਰ ਉਹ ਗਲਤ ਹੋ ਗਿਆ ਨਾ ਜੀ। ਨਹੀਂ, ਇੱਕ ਤਾਲਕ ਕਿ ਤੁਸੀਂ ਕੋਈ ਕ੍ਰਾਈਮ ਕਰ ਦਿੱਤਾ, ਤੁਸੀਂ ਕੋਈ ਕਤਲ ਕਰ ਦਿੱਤਾ ਜਾਂ ਹੋਰ ਕ੍ਰਾਈਮ ਕਰ ਲਾ, ਤੁਸੀਂ ਮੇਰੇ ਦੋਸਤ ਆ ਤੇ ਤੁਸੀਂ ਕਤਲ ਕਰ ਦਿੱਤਾ ਤੇ ਤੁਹਾਨੂੰ ਸਜ਼ਾ ਮਿਲੇਗੀ। ਮੈਨੂੰ ਕਿਉਂ ਉਹਦਾ ਨਾ ਕੀ ਨੁਕਸਾਨ, ਮੈਨੂੰ ਕਿਉਂ ਉਹਦੇ 'ਚ ਭਾਗੀ ਬਣਾਇਆ ਜਾਂਦਾ? ਤੇ ਜੇ ਕਿਸੇ ਨੇ ਕਿਸੇ ਨੂੰ ਮਾਇਆ ਦਾ ਕੋਈ ਆਦਾਨ ਪ੍ਰਦਾਨ ਹੋਇਆ ਹੋਵੇ, ਇਹ ਮਾਇਆ ਦਾ ਆਦਾਨ ਪ੍ਰਦਾਨ ਇਹ ਵੇਖਿਆ ਜਾਏਗਾ ਵੀ ਆਇਆ ਉਹ ਮਾਇਆ ਗਲਤ ਤਰੀਕੇ ਲਈ ਵਰਤੀ ਗਈ ਹੈ, ਉਹਦੇ ਨਾਲ ਕੋਈ ਹਥਿਆਰ ਖਰੀਦੇ ਗਏ ਨੇ, ਕੋਈ ਬੰਦਾ ਮਾਰਿਆ ਗਿਆ ਹੈ ਜਾਂ ਕੋਈ ਬੰਦੇ ਤੇ ਜਿਹੜੀ ਹੋਰ ਲੁੱਟਮਾਰ ਕੀਤੀ ਗਈ ਹੈ। ਜੇ ਪੈਸੇ ਕਿਸੇ ਨੇ ਭੇਜੇ ਨੇ ਉਹ ਜਾਤੀ ਤੌਰ ਤੇ ਉਹਨੇ ਵਰਤ ਲਏ ਨੇ, ਚਾਹੇ ਕਿਸਾਨ ਦੀ ਮੂਵਮੈਂਟ ਤੇ ਵਰਤ ਲਏ ਨੇ, ਤੇ ਇਹ ਕ੍ਰਾਈਮ ਕੀ ਹੋ ਗਿਆ? ਇਹਨਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਕਰੋੜਾਂ ਰੁਪਏ ਦੇ ਫੰਡ ਆਉਂਦੇ ਨੇ, ਉਹ ਵੀ ਗੈਰ ਕਾਨੂੰਨੀ ਆ। ਇਹਦੇ 'ਚ ਫੋਰਨ ਜਿਹੜੀ ਹੈਗੀ ਆ ਕਰੰਸੀ, ਉਹ ਇਹ ਗਲਤ ਹੋ ਸਕਦੀ ਹੈ ਵੀ ਉਹ ਨਜਾਇਜ਼ ਆਈ ਹੈ, ਲੇਕਿਨ ਉਹਦੇ 'ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਕੀ ਮਤਲਬ ਹੈ? ਕ੍ਰਾਈਮ ਤਾਂ ਕੋਈ ਨਹੀਂ ਬਣਦਾ ਫਿਰ ਵੀ। ਉਹਦੇ 'ਤੇ ਜਿਹੜੀ ਹੈ ਗਲਤ ਪੈਸੇ ਭੇਜਣ ਦੀ, ਉਹਦੇ 'ਤੇ ਚਾਹੇ ਉਹ ਪੈਸੇ ਰਿਕਵਰ ਕਰ ਲੈਣ, ਚਾਹੇ ਉਹਦੇ 'ਤੇ ਟੈਕਸ ਲਾ ਦੇਣ, ਚਾਹੇ ਕੋਈ ਜੁਰਮਾਨਾ ਲਾ ਦੇਣ, ਕ੍ਰਾਈਮ ਫਿਰ ਵੀ ਨਹੀਂ ਕੋਈ ਬਣਦਾ ਜੀ। ਕ੍ਰਾਈਮ ਫਿਰ ਵੀ ਨਹੀਂ ਬਣਦਾ। ਮੈਂ ਕੋਸ਼ਿਸ਼ ਕਰੂੰਗਾ ਚਾਲ ਸਾਹਿਬ, ਜਿਨ੍ਹਾਂ ਨੌਜਵਾਨਾਂ ਦੇ ਨੂੰ ਨੋਟਿਸ ਹੋਏ ਹੈਗੇ ਆ ਉਹ ਬਹੁਤ ਜ਼ਿਆਦਾ ਨਾ ਥੋੜ੍ਹੇ ਕਈ ਦਹਿਸ਼ਤ ਵਿੱਚ ਹੈਗੇ ਆ, ਕਈਆਂ ਦੇ ਮਨ ਦੇ ਕੋਈ ਸਵਾਲ ਵੀ ਹੈਗੇ ਆ। ਆਪਾਂ ਕੋਸ਼ਿਸ਼ ਕਰਦੇ ਵੀ ਜੇ ਕਿਸੇ ਨੌਜਵਾਨ ਦਾ ਕੋਈ ਸਵਾਲ ਹੈਗਾ, ਜਦੋਂ ਤੁਸੀਂ ਆਖਿਆ ਕਿ ਇੱਕ ਸੱਜਣ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਮੈਨੂੰ ਕਰੋਨਾ ਹੋਇਆ ਹੈਗਾ ਔਰ ਮੈਨੂੰ ਸਮਨਿੰਗ ਹੋਈ ਹੈ ਤੇ ਮੈਂ ਉੱਥੇ ਨਹੀਂ ਜਾਣਾ ਚਾਹੁੰਦਾ, ਸੋ ਕਹਿੰਦੇ ਕਿ ਮੈਂ ਆਪਣਾ ਮੈਡੀਕਲ ਉੱਥੇ ਭੇਜ ਰਿਹਾ ਹੈਗਾ। ਸੋ ਉਹਨਾਂ ਹੈ ਨਾ ਜੀ ਸੋ ਜਿਨ੍ਹਾਂ ਦੀ ਉਮਰ ਵੱਡੀ ਹੈ, ਸੀਨੀਅਰ ਸਿਟੀਜ਼ਨ ਨੇ ਜੀ, ਉਹ ਕਿਉਂ ਟਰੈਵਲ ਕਰਨੇ ਇੰਨੀ ਸਰਦੀ 'ਚ? ਜੀ 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 ਉਹਨਾਂ ਦਾ ਉੱਥੇ ਟਰੈਵਲ ਕਰਨਾ ਉਹਨਾਂ ਦੀ ਸਿਹਤ ਦੀ ਬੜੀ ਵੱਡੀ ਨੁਕਸਾਨ ਹੋ ਸਕਦੀ ਹੈ। ਜੀ 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 ਉਹ ਨਾ ਜਾਣ ਜੀ, ਉਹ ਆਪਣਾ ਲਿਖ ਕੇ ਭੇਜਣ ਵੀ ਮੇਰੀ ਇੰਨੀ ਉਮਰ ਆ, ਮੈਨੂੰ ਇਹ ਮੁਸ਼ਕਲਾਂ ਨੇ, ਮੈਂ ਇਹ ਬਿਮਾਰੀਆਂ ਦਾ ਸ਼ਿਕਾਰ ਹੋਇਆ ਪਿਆ, ਮੈਂ ਨਹੀਂ ਤੁਹਾਡੇ ਕੋਲ ਆ ਸਕਦਾ, ਮੇਰੇ ਬਿਆਨ ਲਿਖਣੇ ਤੇ ਇੱਥੇ ਆਣ ਕੇ ਲਿਖ ਦਿਓ, ਨਹੀਂ ਤੇ ਮੈਨੂੰ ਸਵਾਲ ਜਿਹੜੇ ਤੁਸੀਂ ਪੁੱਛਣੇ ਨੇ ਲਿਖ ਕੇ ਭੇਜ ਦਿਓ, ਮੈਂ ਜਵਾਬ ਦੇ ਦੂੰਗਾ। ਹੋ ਸਕਦਾ ਇੱਦਾਂ? ਜੀ 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 ਚਾਹੇ ਮੇਰੇ ਨਾਲ ਵੀਡੀਓਗ੍ਰਾਫੀ ਰਾਹੀਂ ਜਿਹੜਾ ਉੱਥੇ ਰਿਕਾਰਡ ਵੀ ਹੋ ਸਕਦਾ, ਇੱਕ ਤਾਂ ਲਿਖ ਕੇ ਉਹ ਬੋਲਣਗੇ ਨਾ, ਇੱਕ ਬੋਲ ਕੇ ਉਹ ਲਿਖ ਲੈਣਗੇ, ਦੂਜਾ ਵੀਡੀਓਗ੍ਰਾਫੀ ਰਾਹੀਂ ਆਪਣਾ ਰਿਕਾਰਡ ਬਣਾ ਲੈਣ, ਜੋ ਪੁੱਛਣਾ ਵੀਡੀਓਗ੍ਰਾਫੀ ਰਾਹੀਂ ਕਰ ਲੈਣ। ਅਦਾਲਤਾਂ 'ਚ ਹੁਣ ਇਹ ਸਿਸਟਮ ਚੱਲ ਪਿਆ ਹੈ ਤੇ ਇਹਦੇ 'ਤੇ ਕਿਉਂ ਨਹੀਂ ਕਰ ਸਕਦੇ? ਚਾਲ ਸਾਹਿਬ, ਜਿਹੜੇ ਨੌਜਵਾਨ ਹੈਗੇ ਉਹਨਾਂ ਵਿੱਚੋਂ ਇੱਕ ਸਰਦਾਰ ਨੋਬਲਜੀਤ ਸਿੰਘ ਹੈ। ਨੋਬਲਜੀਤ ਸਿੰਘ ਜੀ, ਆਪਾਂ ਚਾਲ ਸਾਹਿਬ ਦੇ ਕੋਲ ਹੈਗੇ ਆ ਜੀ, ਚੰਡੀਗੜ੍ਹ ਸੀਨੀਅਰ ਐਡਵੋਕੇਟ ਹੈਗੇ ਨੇ। ਤੁਹਾਨੂੰ ਜਿਹੜੀ ਸਮਨਿੰਗ ਹੋਈ ਹੈਗੀ ਆ ਉਹਦੇ ਸੰਬੰਧ ਵਿੱਚ ਚਾਲ ਸਾਹਿਬ ਦਾ ਕਹਿਣਾ ਹੈਗਾ ਕਿ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਕੁਝ ਸਲਾਹ ਦੇ ਰਹੇ ਹੈਗੇ ਆ। ਤੁਹਾਡੇ ਮਨ ਦਾ ਕੋਈ ਤੌਖਲਾ ਜਾਂ ਤੁਹਾਡੇ ਮਨ ਦਾ ਕੋਈ ਸਵਾਲ ਹੋਵੇ ਇਸ ਗੱਲ ਨੂੰ ਲੈ ਕੇ? ਨਹੀਂ, ਆਪਾਂ ਤਾਂ ਇਹੀ ਗੱਲ ਮੈਂ ਕਰਨੀ ਚਾਹੁੰਦਾ ਆ। ਇਹਨਾਂ ਨੇ ਬੜੇ ਸ਼ੋਰਟ ਨੋਟਿਸ ਦੇ ਉੱਤੇ ਜਿਹੜੇ ਆ ਉਹ ਸਾਨੂੰ ਨੋਟਿਸ ਭੇਜੇ ਆ। ਹਾਂਜੀ, ਪਰ ਗੱਲ ਇਹ ਆ ਵੀ ਇੰਨੀ ਸ਼ੋਰਟ ਨੋਟਿਸ ਦੇ ਉੱਤੇ ਅਸੀਂ ਕਿੱਦਾਂ ਪਹੁੰਚਾਂਗੇ ਉਹਨਾਂ ਦੇ ਕੋਲ ਜੀ, ਤੇ ਉਹਦਾ ਰਾਹ ਕੀ ਆ ਵੀ ਅਸੀਂ ਇੰਨੀ ਸ਼ੋਰਟ ਨੋਟਿਸ ਤੇ ਨਹੀਂ ਮਤਲਬ ਪਹੁੰਚ ਸਕਾਂਗੇ ਜੀ, ਤੇ ਇਹਦਾ ਕੀ ਰਾਹ? ਕਿਉਂਕਿ ਜਦੋਂ ਇੱਕ ਨੌਜਵਾਨ ਜਿਹਨੂੰ ਹੋਰ ਵੀ ਕਿਸੇ ਨੂੰ ਆਏ ਹੋਏ, ਜਦੋਂ ਉਹਨੇ ਇਹ ਗੱਲ ਕੀਤੀ ਕਿ ਵੀ ਮੈਂ ਤਾਂ ਏਦਾਂ ਹੌਸਪੀਟਲ ਵਿੱਚ, ਉਹਨਾਂ ਨੇ ਇਹ ਗੱਲ ਕਹੀ ਵੀ ਨਹੀਂ 100% ਤੁਹਾਨੂੰ ਆਉਣਾ ਹੀ ਆਉਣਾ ਪਊਗਾ, ਹਨਾ? ਓਕੇ, ਤੁਸੀਂ ਕੋਈ ਕਾਨੂੰਨੀ ਸਾਡੇ ਕੋਲ ਹੋਰ ਵੀ ਅਸੀਂ ਮਤਲਬ ਟਾਈਮ ਅੱਗੇ ਪਿੱਛੇ ਕਰਨ ਦਾ ਲਈ ਜਾਂ ਕਿੱਦਾਂ? ਜੀ ਠੀਕ ਹੈ ਜੀ, ਮੈਂ ਤੁਹਾਡਾ ਸਵਾਲ ਜਿਹੜਾ ਹੈਗਾ ਐਡਵੋਕੇਟ ਸਾਹਿਬ ਦੇ ਸਾਹਮਣੇ ਰੱਖ ਦਿੰਦਾ। ਉਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਬਹੁਤ ਹੀ ਜ਼ਿਆਦਾ ਨਾ ਸ਼ਾਰਟ ਟਾਈਮ ਦੇ ਵਾਸਤੇ ਤੁਸੀਂ ਇਹਦੇ 'ਚ ਇਹ ਲਿਖ ਕੇ ਭੇਜੋ ਜੀ, ਮੈਂ ਸ਼ਾਰਟ ਟਾਈਮ 'ਚ ਨਹੀਂ ਆ ਸਕਦਾ, ਮੈਨੂੰ ਇੰਨੇ ਦਿਨ ਦਾ ਟਾਈਮ ਚਾਹੀਦਾ, ਮੈਨੂੰ ਇੰਨੇ ਦਿਨ ਦਾ ਟਾਈਮ ਚਾਹੀਦਾ, ਲਿਖ ਕੇ ਦੇ ਦਿਓ। ਇਹ ਕਿੱਥੇ ਲਿਖਿਆ ਵੀ ਉਹ ਅੱਜ ਸ਼ਾਮੀ ਮੈਨੂੰ ਨੋਟਿਸ ਭੇਜਣ, ਮੈਂ ਅਗਲੇ ਸਵੇਰੇ ਦਿੱਲੀ ਨੂੰ ਤੁਰ ਪਾਂ? ਤੁਸੀਂ ਪੈਸੇ ਦਾ ਪ੍ਰਬੰਧ ਕਰਨਾ, ਤੁਸੀਂ ਆਪਣੇ ਘਰ ਦੇ ਵਿੱਚ ਕੋਈ ਜਿਹੜਾ ਹੋਰ ਕਾਰੋਬਾਰ ਕਰਨਾ ਹੈ, ਇਹ ਕੋਈ ਇੰਨੀ ਜਿਹੜੀ ਹੈ ਉਹਨਾਂ ਨੇ ਇਹਨਾਂ ਸ਼ੋਰਟ ਨੋਟਿਸ ਭੇਜਿਆ ਕਿਉਂ? ਪਹਿਲੇ ਏਡਾ ਵੱਡਾ ਕਿੰਨੇ ਚਿਰ ਦਾ ਕੇਸ ਰਜਿਸਟਰ 2020 ਦਾ ਹੋਇਆ, 15-12 ਦਾ, ਤੇ ਇੱਕਦਮ ਇਹਨੂੰ ਐਡੀ 2 ਦਿਨ ਦੀ 3 ਦਿਨ ਦੀ ਸ਼ੋਰਟ ਨੋਟਿਸ ਦੇਣ ਦੀ ਕੀ ਲੋੜ ਹੈ? ਤੁਸੀਂ ਉਹਨਾਂ ਨੂੰ ਲਿਖ ਕੇ ਭੇਜੋ ਵੀ ਮੈਂ ਇੰਨੀ ਸ਼ਾਰਟ ਟਾਈਮ 'ਚ ਨਹੀਂ ਆ ਸਕਦਾ, ਜੇ ਤੁਸੀਂ ਬਿਮਾਰ ਆ, ਜੇ ਤੁਹਾਡੀ ਕੋਈ ਹੋਰ ਮੁਸ਼ਕਿਲ ਹੈ, ਜੇ ਪੈਸੇ ਦੀ ਮੁਸ਼ਕਿਲ ਹੈ, ਉਹਨਾਂ ਨੂੰ ਕਹੋ ਜੀ ਮੇਰੇ ਕੋਲ ਤਾਂ ਕਿਰਾਇਆ ਵੀ ਨਹੀਂ ਦੇਣ ਨੂੰ ਤਿਆਰ, ਮੈਂ ਕਿਤਨਾ ਆ ਜਾਂਦਾ ਜੀ ਜੀ ਜੀ, ਮੇਰੇ ਕੋਲ ਪ੍ਰਬੰਧ ਜਿਹੜਾ ਹੈ ਤੁਹਾਡਾ, ਇਹ ਤੁਹਾਡੀ ਡਿਊਟੀ ਬਣਦੀ ਹੈ ਵੀ ਮੇਰੇ ਕੋਲ ਆਣ ਕੇ ਮੇਰਾ ਬਿਆਨ ਇੱਥੇ ਲਿਖ ਲਓ,
ਜਾਂ ਕੋਈ ਚੰਡੀਗੜ੍ਹ ਦੇ ਉਹਨਾਂ ਦਾ ਯੂਨਿਟ ਹੈਗਾ ਉੱਥੇ ਲਿਖ ਲੈਣ, ਉਹਨਾਂ ਨੂੰ ਚੰਡੀਗੜ੍ਹ ਵਾਲੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਕਹਿ ਸਕਦੇ ਵੀ ਬਿਆਨ ਲਿਖ ਕੇ ਸਾਡਾ ਭੇਜ ਦਿਓ ਇਹਨਾਂ ਦਾ, ਚਾਹੇ ਤੁਹਾਨੂੰ ਲਿਖਤੀ ਰੂਪ 'ਚ ਭੇਜ ਸਕਦੇ ਨੇ ਵੀ ਆਹ ਸਵਾਲਾਂ ਦਾ ਜਵਾਬ ਦਿਓ, ਤੁਸੀਂ ਜਵਾਬ ਦੇ ਦੋਗੇ। ਇਹ ਕੋਈ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਕੋਲ ਜਾਣਾ ਹੈ, ਜਾਣਾ ਜੋ ਤੁਹਾਨੂੰ ਪਤਾ ਹੈ, ਜੋ ਉਹਨਾਂ ਨੇ ਪੁੱਛਣਾ ਉੱਥੇ ਵੀ ਪੁੱਛਣਾ, ਇੱਥੇ ਵੀ ਪੁੱਛਣਾ, ਤੇ ਉੱਥੇ ਜਾਣ ਦੀ ਕੀ ਗੱਲ ਰਹਿ ਗਈ। ਤੁਸੀਂ ਇੰਨਾ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਤੁਸੀਂ ਉਹਨਾਂ ਨੂੰ ਲਿਖ ਕੇ ਦੇ ਦਿਓ, ਉਹਨਾਂ ਨੂੰ ਚਿੱਠੀ ਪਾ ਦਿਓ, ਟੈਲੀਫੋਨ ਕਰ ਦਿਓ ਵੀ ਸਾਡੇ ਕੋਲ ਐਡੀ ਜਲਦੀ ਨਹੀਂ ਆਇਆ ਜਾ ਸਕਦਾ, ਸਾਨੂੰ 15 ਦਿਨ ਦਾ 10 ਦਿਨ ਦਾ ਜਿੰਨੇ ਦਿਨ 'ਚ ਤੁਸੀਂ ਪ੍ਰੋਗਰਾਮ ਬਣਾ ਕੇ ਜਾ ਸਕਦੇ ਹੋ ਉਹ ਕਹੋ। ਠੀਕ ਹੈ, ਇਸ ਤਰ੍ਹਾਂ ਕਰ ਲਓ ਜੀ, ਐਡੀ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਜੀ। ਠੀਕ ਹੈ, ਵਕੀਲ ਸਾਹਿਬ ਦਾ ਕਹਿਣਾ ਹੈਗਾ ਕਿ ਇੰਨੀ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਹੈਗੀ, ਤੁਸੀਂ ਲਿਖ ਕੇ ਦੇ ਸਕਦੇ ਹੈਗੇ ਆ। ਐਡਵੋਕੇਟ ਸਾਹਿਬ ਤੁਸੀਂ ਆਖਿਆ ਸੀਗਾ ਕਿ ਜਿਹੜੇ ਨੌਜਵਾਨ ਹੈਗੇ ਆ ਵੀ ਉਹਨਾਂ ਦੀ ਹੁਣ ਜੇ ਇੱਥੇ ਕੋਈ ਪੈਰਵਾਈ ਕਰਨ ਵਾਲਾ ਤਾਂ ਕੋਈ ਹੋਵੇ ਨਾ, ਜਿਹੜਾ ਜੇ ਕਿਸੇ ਨੂੰ ਕੋਈ ਇੱਦਾਂ ਦੀ ਸਮੱਸਿਆ ਆਉਂਦੀ ਆ, ਪਿੱਛੇ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੰਢਾਇਆ, ਹੁਣ ਉਹਨਾਂ ਦੀ ਕੋਈ ਆਗੂ ਕੋਈ ਮੁੜੇ ਪੈਰਵਾਈ ਕਰਨ ਵਾਲਾ ਹੋਵੇ। ਹੁਣ ਕੱਲ੍ਹ ਦੀ ਸਮਨਿੰਗ ਹੋ ਰਹੀ ਆ, ਨੌਜਵਾਨ ਵਿਚਾਰੇ ਇੱਧਰ ਉੱਧਰ ਘੁੰਮ ਰਹੇ ਹੈਗੇ ਹੈ ਨਾ ਜੀ, ਕੋਈ ਹੋ ਸਕਦਾ ਉਹਨਾਂ ਦਾ ਕਸੂਰ ਹੋਵੇ ਕਿਸੇ ਦਾ, ਪਰ ਮੁਰੇ ਕੋਈ ਉਹਨਾਂ ਨੂੰ ਲੀਡ ਕਰਨ ਵਾਲਾ ਤਾਂ ਹੋਵੇ ਨਾ ਜੀ। ਦੇਖੋ ਹੁਣ ਲੀਡ ਕਿਸੇ ਆਪਣੇ ਨਜ਼ਦੀਕੀ ਜਿਹੜੇ ਉਹਨਾਂ ਦੇ ਵਾਕਫ ਵਕੀਲ ਸਾਹਿਬਾਨ ਨੇ ਉਹਨਾਂ ਨੂੰ ਜਾ ਕੇ ਸਲਾਹ ਕਰ ਲੈਣਾ, ਇਹਦੀ ਪਰੇਸ਼ਾਨੀ ਕਿਉਂ ਕਰਦੇ ਨੇ। ਜੇ ਮੁਸ਼ਕਿਲ ਆ ਗਈ ਤਾਂ ਮੁਸ਼ਕਿਲ ਹੱਲ ਕਰਨ ਦੇ ਤਰੀਕੇ ਹੈਗੇ ਨੇ ਵੀ ਕਿਸੇ ਆਪਣੇ ਸਹਿਯੋਗੀ ਜਾਂ ਕਿਸੇ ਜਿਹੜੇ ਵਕੀਲ ਸਾਹਿਬ ਜਾਣਦੇ ਨੇ, ਬਿਲਕੁਲ ਨੇੜੇ ਜਗ੍ਹਾ ਹੈ ਉਹਨਾਂ ਦੇ, ਉੱਥੇ ਜਾ ਕੇ ਉਹਨਾਂ ਨੂੰ ਕਹਿਣ ਜੀ ਇਹ ਮੇਰੀ ਮੁਸ਼ਕਿਲ ਕੀ ਕਰਾਂ, ਉਹ ਇਹਦਾ ਹੱਲ ਦੱਸਣਗੇ। ਤੇ ਇਸ ਕਰਕੇ ਹੁਣ ਲੀਡ ਕਰਨ ਦਾ ਤੇ ਮਾਮਲਾ ਹੈ, ਜਿਨ੍ਹਾਂ ਨੂੰ ਨੋਟਿਸ ਆਏ ਨੇ ਉਹੋ ਹੀ ਦੱਸਣਗੇ ਨਾ ਸਾਨੂੰ ਨੋਟਿਸ, ਤੇ ਵਕੀਲ ਨੂੰ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ। ਹੁਣ ਵਕੀਲ ਕੋਲ ਜਾਓਗੇ, ਚਾਹੇ ਇਹ ਆਪਣਾ ਇੱਕ ਜਿਹੜਾ ਹੈ ਕੋਈ ਇੱਕ ਗਰੁੱਪ ਬਣਾ ਕੇ ਬੈਠ ਕੇ ਸਾਰਾ ਸੋਚਣ, ਫਿਰ ਕਿਸੇ ਵਕੀਲ ਕੋਲ ਸਾਰੇ ਚਲੇ ਜਾਣ, ਚਾਹੇ 2 ਜਣੇ ਜਾ ਕੇ ਉਹਨਾਂ ਸਾਰਿਆਂ ਨੂੰ ਦੱਸ ਦੇਣ ਵੀ ਆਹ ਵਕੀਲ ਸਾਹਿਬ ਨੇ ਕਿਹਾ ਆਪਾਂ ਇੱਦਾਂ ਕਰ ਲਈਏ। ਸੋ ਝਗੜੇ ਵਾਲੀ ਗੱਲ, ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਕੋਈ ਐਸੀ ਗੱਲ ਨਹੀਂ। ਜਦੋਂ ਇਹ ਗੱਲ ਆਈ ਹੈ ਸਾਹਮਣੇ ਮੁਸ਼ਕਿਲ, ਇਹਨੂੰ ਹੱਲ ਕਰਨ ਦੇ ਤਰੀਕੇ ਇਸ ਤਰ੍ਹਾਂ ਲੱਭ ਲੈਣ। ਵਕੀਲ ਸਾਹਿਬ ਬਹੁਤ ਸਾਰੇ ਨੌਜਵਾਨ ਕਈ ਵਾਰ ਇੱਥੇ ਸੇਵਾ ਕਰਦੇ ਆ, ਉਹ ਸੇਵਾ ਕਰਦੇ ਆ ਕਹਿੰਦੇ ਜਾਂ ਕੋਈ ਸਮਾਜ ਦਾ ਕੋਈ ਚੰਗਾ ਕੰਮ ਕਰਦੇ ਆ, ਅਤੇ ਉਹ ਕਈ ਵਾਰ ਨਾ ਫਿਰ ਉਹਨਾਂ ਨੂੰ ਮਾਇਆ ਦੀ ਲੋੜ ਪੈਂਦੀ ਹੈਗੀ ਆ, ਕਈ ਵਾਰ ਬਾਹਰੋਂ ਮਾਇਆ ਮੰਗਵਾ ਲੈਂਦੇ ਹੈਗੇ ਆ। ਫਿਰ ਕਈ ਵਾਰੀ ਉਹਨਾਂ ਨੂੰ ਬਾਅਦ 'ਚ ਐਂ ਹੁੰਦਾ ਵੀ ਅਸੀਂ ਬਾਹਰੋਂ ਮਾਇਆ ਮੰਗਵਾ ਲਈ ਆ, ਕਿਤੇ ਸਾਨੂੰ ਉਸ ਚੱਕਰ ਵਿੱਚ ਨਾ ਇੱਦਾਂ ਵੀ ਤੁਹਾਨੂੰ ਫੰਡਿੰਗ, ਕਿਉਂਕਿ ਪਿੱਛੇ ਬਹੁਤ ਰੌਲਾ ਪਿਆ ਨਾ, ਮੀਡੀਆ ਨੇ ਵੀ ਬਹੁਤ ਰੌਲਾ ਪਾਇਆ, ਕਿਸਾਨਾਂ ਦਾ ਜਿਹੜਾ ਅੰਦੋਲਨ ਹੈਗਾ ਫੰਡਿੰਗ ਕਹਾਂ ਸੇ ਹੋਤੀ ਹੈ ਆਪਕੋ। ਸੋ ਇੱਦਾਂ ਦੇ ਹਾਲਾਤਾਂ ਵਿੱਚ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਇਹ ਤੁਸੀਂ ਪਿਛੋਕੜ ਜੇ ਪੰਜਾਬ ਦਾ ਲਈਏ ਤੇ ਇਹ ਆਮ ਤੌਰ 'ਤੇ ਸਰਕਾਰ ਦੀ ਨੀਤੀ ਰਹੀ ਹੈ, ਚਾਹੇ ਸਰਕਾਰ ਦੀਆਂ ਏਜੰਸੀਆਂ ਦੀ ਗਲਤ ਨੀਤੀ ਰਹੀ ਹੈ ਵੀ ਉਹ ਕਿਸੇ ਨੂੰ ਜਿਹਨੂੰ ਮਰਜ਼ੀ ਅੱਤਵਾਦੀ ਕਹਿ ਦੇਣ, ਜਿਹਨੂੰ ਮਰਜ਼ੀ ਵੱਖਵਾਦੀ ਕਹਿ ਦੇਣ, ਜਿਹਨੂੰ ਮਰਜ਼ੀ ਖਾਲਿਸਤਾਨੀ ਕਹਿ ਦੇਣ, ਜਿਹਨੂੰ ਮਰਜ਼ੀ ਕਹਿ ਦੇਣ ਮਾਰਕਸਿਸਟ ਹੈ, ਮਾਓਇਸਟ ਹੈ। ਇਹਨਾਂ ਦੀ ਸਾਰੀਆਂ ਗੱਲਾਂ ਜਿਹੜੀਆਂ ਇਹ ਝੂਠੀਆਂ ਹੁੰਦੀਆਂ ਨੇ, ਲੇਕਿਨ ਇਹ ਦਰੁਸਤ ਬਣਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰਦੇ ਨੇ। ਮੈਂ ਤਜਰਬੇ ਦੀ ਗੱਲ ਦੱਸਦਾ, ਅਸੀਂ ਕੀ ਕੀਤਾ ਵਕੀਲ ਦੇ ਤੌਰ 'ਤੇ ਵੀ ਅਸੀਂ ਉਹਨਾਂ ਲੋਕਾਂ ਦੇ ਨਾਲ ਖਲੋਣ ਦੀ ਕੋਸ਼ਿਸ਼ ਕਰਦੇ ਰਹੇ ਹਾਂ ਜਿਨ੍ਹਾਂ 'ਤੇ ਝੂਠੇ ਕੇਸ ਪਾਏ ਗਏ, ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਜਿਹੜਾ ਹੈ ਕੈਦ 'ਚ ਰੱਖਿਆ ਗਿਆ, ਜਿਨ੍ਹਾਂ ਨੂੰ ਤਸ਼ੱਦਦ ਕਰਕੇ ਜਿਹੜੇ ਉਹਨਾਂ ਦੇ ਹੱਡ ਪੈਰ ਤੋੜੇ ਗਏ, ਜਾਂ ਜਿਨ੍ਹਾਂ 'ਤੇ ਝੂਠੇ ਕੇਸ ਪਾਏ ਉਹਨਾਂ ਦੇ ਝੂਠੇ ਕੇਸ ਲੜੇ ਨੇ। ਜੇ KPS ਗਿੱਲ ਨੇ ਕਿਸੇ ਔਰਤ ਦੀ ਬੇਇੱਜ਼ਤੀ ਕਰ ਦਿੱਤੀ ਹੈ, ਜੇ ਉਹਦੇ ਖਿਲਾਫ ਅਸੀਂ ਕੇਸ ਲੜਿਆ ਤੇ ਸਾਨੂੰ ਵੀ ਅੱਤਵਾਦੀ ਇਹ ਕਹਿੰਦੇ ਸੀ ਜੀ। ਸੋ ਇਹਨਾਂ ਦੀ ਜਿਹੜੀ ਹੈ ਪਰਿਭਾਸ਼ਾ ਬਹੁਤ ਵਧੀਆ। ਤਦੇ ਤੇ ਮੈਂ ਜਦੋਂ ਕਿਸਾਨ ਮੋਰਚੇ 'ਚ ਉੱਥੇ ਗਿਆ ਨਾ ਜੀ, ਮੈਂ ਇੱਕ ਗੱਲ ਕਹੀ ਸੀ ਵੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੀ ਪਹਿਲੇ ਅਸੀਂ ਸਰਕਾਰੀ ਜਿਹੜੀ ਹੈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਲੜਦੇ ਸੀ ਤੇ ਸਾਨੂੰ ਸਰਕਾਰ ਦੇ ਤੌਰ 'ਤੇ ਅੱਤਵਾਦੀ ਕਹਿੰਦੇ ਸੀ। ਜੇ ਕਹਿੰਦੇ ਗਿੱਲ ਦਾ ਕੇਸ ਲੜਨਾ ਵੀ ਅੱਤਵਾਦ ਹੈ, ਕਿਉਂਕਿ ਉਹਨੇ ਪੰਜਾਬ ਦੇ ਵਿੱਚ ਅਮਨ ਲਿਆਉਣ ਲਈ ਬੜਾ ਵੱਡਾ ਯੋਗਦਾਨ ਪਾਇਆ, ਤੇ ਲੇਕਿਨ ਉਹ ਯੋਗਦਾਨ ਪਾਉਣ ਦੇ ਨਾਤੇ ਜੋ ਕਿਸੇ ਵੀ ਔਰਤ ਦੀ ਬੇਇੱਜ਼ਤੀ ਕਰਦੇ ਤੇ ਉਹ ਜਿਹੜੀ ਹੈ ਬਰਦਾਸ਼ਤ ਹੋਣੀ ਚਾਹੀਦੀ ਸੀ। ਤੇ ਮੈਂ ਉੱਥੇ ਇਹ ਕਹਿ ਕੇ ਆਇਆ ਵੀ ਬਹੁਤ ਚੰਗਾ ਹੋਇਆ ਸਾਡੇ ਜਿਹੜੇ ਅੱਤਵਾਦੀ ਦਾ ਸਾਡੇ ਤੇ ਖਾਲਿਸਤਾਨੀਆਂ ਦਾ ਲੱਗਦਾ ਸੀ ਨਾ ਦੋਸ਼, ਉਹ ਹੁਣ ਅਸੀਂ ਬਹੁਤ ਵੱਡੇ ਪਰਿਵਾਰ ਬਣ ਗਏ। ਹੁਣ ਸਾਰੇ ਕਿਸਾਨ ਜਿਹੜੇ ਨੇ ਅੱਤਵਾਦੀ ਬਣਾ ਦਿੱਤੇ, ਖਾਲਿਸਤਾਨ ਬਣਾ ਦਿੱਤਾ। ਸੋ ਇਹਨਾਂ ਦੀ ਤੇ ਇਹ ਪਤਾ ਨਹੀਂ ਇਸ ਮੁਸ਼ਕਿਲ 'ਚ ਮੁਲਕ ਦੇ ਵਿੱਚ ਬਦਕਿਸਮਤੀ ਆ ਵੀ ਸੱਚ ਨੂੰ ਸੱਚ ਕਹਿਣ ਦੇ ਵੀ ਨਹੀਂ ਦਿੰਦੇ, ਹਰ ਗੱਲ ਨੂੰ ਗਲਤ ਤਰੀਕੇ ਦੇ ਨਾਲ ਇਹ ਵਰਤੋਂ 'ਚ ਲਿਆਉਂਦੇ ਨੇ, ਜਿਹੜਾ ਕਿ ਕਦੀ ਇਹ ਤਰੀਕਾ ਠੀਕ ਨਹੀਂ ਹੋ ਸਕਦਾ। ਜਿਹਦੇ ਨਾਲ ਤੁਸੀਂ ਜ਼ਿਆਦਤੀਆਂ ਕਰੋਗੇ, ਉਹ ਜ਼ਿਆਦਤੀਆਂ ਦੇ ਖਿਲਾਫ ਬੋਲੇਗਾ, ਇੱਕ ਨਹੀਂ ਬੋਲੇਗਾ, 10 ਨਹੀਂ ਬੋਲੇ, 20 ਬੋਲਣਗੇ। ਹੁਣ ਇਹਨਾਂ ਨੇ ਖਾਲਰੇ ਨੂੰ ਗਲਤ ਤਰੀਕੇ ਨਾਲ ਮਾਰਿਆ, ਹਾਂਜੀ, ਉਹਦਾ ਕੋਈ ਕਸੂਰ ਨਹੀਂ ਸੀ, ਉਹ ਕੋਈ ਅੱਤਵਾਦੀ ਨਹੀਂ ਸੀ, ਕੋਈ ਬੰਦੂਕ ਨਹੀਂ ਚਲਾਈ, ਉਹਨੂੰ ਕੋਈ ਬੰਦਾ ਨਹੀਂ ਮਾਰਿਆ। ਉਹਦੀ ਘਰ ਵਾਲੀ ਹੁਣ ਜਾਂ ਉਹਨਾਂ ਨੇ ਇੱਕ ਗਰੁੱਪ ਐਸਾ ਬਣਾ ਲਿਆ
ਜਿਹੜਾ ਖਾਲੜਾ ਜਿਹੜਾ ਆਰਗੇਨਾਈਜੇਸ਼ਨ ਬਣਾ ਕੇ ਤੇ ਉਹ ਉਦੋਂ ਦਾ ਹੀ ਰੌਲਾ ਪਾ ਰਹੇ ਨੇ ਵੀ ਤੁਸੀਂ ਅੱਤਵਾਦ ਤੇ ਤੁਸੀਂ ਅੱਤਵਾਦੀ ਆ, ਤੁਸੀਂ ਬੰਦੇ ਮਾਰੇ ਨੇ, ਕਿਉਂ ਮਾਰੇ ਨੇ, ਦੱਸੋ ਕਿਉਂ ਮਾਰੇ ਨੇ। ਸੋ ਇਹ ਜਿਹੜਾ ਹੈ ਜੇ ਖਾਲੜੇ ਨੂੰ ਨਾ ਮਾਰਦੇ ਤੇ ਏਡੀ ਵੱਡੀ ਇਹਨਾਂ ਦੀ ਮੁਸ਼ਕਲ ਨਾ ਪੈਦਾ ਹੁੰਦੀ। ਖਾਲੜਾ ਆਰਗੇਨਾਈਜੇਸ਼ਨ ਨੇ ਕਿੰਨੇ ਆਦਮੀਆਂ ਦੇ ਖਿਲਾਫ ਉਹਨਾਂ ਨੇ ਕੇਸ ਚਲਾਏ ਨੇ, ਕਿਹਨਾਂ ਨੂੰ ਕਹਿ ਦੋਈਏ। ਤੇ ਜੇ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਨ ਤੇ ਅਮਨ ਜਲਦੀ ਜਿਹੜਾ ਹੈ ਚੱਲ ਸਕਦਾ, ਠੀਕ ਚੱਲ ਸਕਦਾ। ਸੋ ਇਹਨਾਂ ਦੀ ਜਿਹੜੀ ਹੈ ਗੱਲ ਜਿਹੜੀ ਹੈ ਇਹ ਜਿਹੜੇ ਪੈਸੇ ਜਿਸ ਤਰ੍ਹਾਂ ਤੁਸੀਂ ਕਿ ਆਏ ਨੇ, ਜੇ ਤੋਂ ਪੈਸੇ ਕਿਸੇ ਨੇ ਹਥਿਆਰ ਖਰੀਦੇ ਨੇ, ਉਹ ਹਥਿਆਰ ਕਿਸੇ ਨੂੰ ਕਤਲ ਕਰਨ ਲਈ ਵਰਤੇ ਗਏ ਨੇ ਜਾਂ ਕਿਸੇ ਨੂੰ ਸੁਪਾਰੀ ਦੇ ਕੇ ਮਰਵਾਉਣ ਦੀ ਗੱਲ ਕੀਤੀ ਹੈ, ਫਿਰ ਤਾਂ ਉਹ ਗੈਰ ਕਾਨੂੰਨੀ ਹੋ ਸਕਦੇ ਨੇ ਜੇ ਸਾਬਤ ਕਰ ਦੇਣ ਵੀ ਉਹ ਪੈਸੇ ਸੀ ਉਹਨਾਂ ਨੇ ਫਲਾਣੇ ਥਾਂ ਹਥਿਆਰ ਖਰੀਦੇ ਨੇ। ਤੇ ਜੇ ਉਹ ਪੈਸੇ ਕਿਸੇ ਨੇ ਜਾਤੀ ਤੌਰ ਤੇ ਭੇਜੇ ਨੇ, ਜਾਤੀ ਤੌਰ ਤੇ ਭੇਜ ਕੇ ਕਿਸੇ ਜਿਸ ਤਰ੍ਹਾਂ ਕਿਸਾਨ ਅੰਦੋਲਨ ਚੱਲ ਰਿਹਾ ਇਹਦੇ 'ਚ ਕੋਈ ਰਸਦ ਖਰੀਦ ਦਿੱਤੀ, ਗੱਡੀ 'ਚ ਤੇਲ ਪਵਾ ਲਿਆ, ਉਹਦੇ ਨਾਲ ਕੀ ਕ੍ਰਾਈਮ ਹੋ ਜਾਂਦਾ। ਤੇ ਜੇ ਕ੍ਰਾਈਮ ਹੁੰਦਾ ਤੇ ਰੌਂਗਫੁਲ ਫੋਰਨ ਐਕਸਚੇਂਜ ਇੱਥੇ ਆਈ ਹੈ, ਉਹਦੇ 'ਚ ਕ੍ਰਾਈਮ ਨਹੀਂ ਕੋਈ ਬਣਦਾ। ਫੋਰਨ ਐਕਸਚੇਂਜ ਥੱਲੇ ਜੋ ਇਹਨਾਂ ਨੂੰ ਜੁਰਮਾਨਾ ਕਰਨਾ, ਉਹ ਪੈਸੇ ਰਿਕਵਰ ਕਰਨੇ ਹੈ, ਉਹਦੇ ਥੱਲੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਲੈਣ, ਕ੍ਰਾਈਮ ਕੀ ਨਹੀਂ ਬਣਦਾ। ਪਰ ਇਹ ਗੱਲ ਸਰਕਾਰ ਨੂੰ ਤੇ ਏਜੰਸੀ ਨੂੰ NIA ਨੂੰ ਵੀ ਤਾਂ ਪਤਾ ਹੀ ਹੈ ਨਾ ਵੀ ਇਹ ਨਹੀਂ ਬਣਦਾ ਹੈਗਾ, ਫਿਰ ਵੀ ਉਹ ਸਾਰਾ ਕੁਝ ਪਤਾ ਹੈ ਨਾ। ਜੇ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਉਹ ਕਰਨੀ ਹੈ ਗੱਲ ਜਿਹੜੀਆਂ ਸਰਕਾਰ ਦੇ ਵਿੱਚ ਜਾ ਕੇ ਇਹ ਗੱਲਾਂ ਕਰਨ ਵੀ ਇਹ ਬਦੋਬਦੀ ਆਪਾਂ ਬਣਾਉਣੀ ਹੈ ਵੀ ਖਾਲਿਸਤਾਨ ਦੀ ਮੂਵਮੈਂਟ ਹੈ, ਇਹ ਬਦੋਬਦੀ ਬਣਾਉਣੀ ਆ ਵੀ ਇਹ ਜਿਹੜੇ ਕਮਿਊਨਿਸਟ ਆਣ ਕੇ ਰਲ ਗਏ ਨੇ। ਤੁਸੀਂ ਦੇਖਿਆ ਹੁਣ ਵੀ BJP ਦੇ ਜਿੰਨੇ ਵੀ ਲੀਡਰ ਨੇ ਪੋਲੀਟੀਕਲ ਪੰਜਾਬ ਦੇ, ਉਹ ਉਦੋਂ ਤੋਂ ਮੁੜ ਤੋਂ ਹੀ ਰੌਲਾ ਪਾ ਰਹੇ ਨੇ ਵੀ ਇਹ ਦਰਅਸਲ ਕਿਸਾਨਾਂ ਦੀ ਮੂਵਮੈਂਟ ਨਹੀਂ, ਇਹ ਨਕਲੀ ਕਿਸਾਨ ਨੇ, ਇਹ ਜਿਹੜੇ ਹੈਗੇ ਨੇ ਖਾਲਿਸਤਾਨ ਵਾਲਿਆਂ ਦੀ ਮੂਵਮੈਂਟ, ਉੱਥੋਂ ਫੰਡਿੰਗ ਹੋ ਰਹੀ ਹੈ। ਇਹ ਜਿਹੜੇ ਹੈ ਇਹਨਾਂ ਦੇ ਵਿੱਚ ਕਮਿਊਨਿਸਟ ਵੜ ਗਏ ਨੇ। ਹਾਂਜੀ, ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਲੇਕਿਨ ਲੋਕਾਂ ਨੇ ਚੁੱਕ ਕੇ ਬਾਹਰ ਮਾਰਿਆ ਹੈ, ਘਰੋਂ ਨਹੀਂ ਨਿਕਲ ਦਿੰਦੇ। ਹੁਣ ਪਿੱਛੇ ਸਰ ਝੂਠ ਕਿਹਨਾਂ 'ਚ ਕਰਦਾ ਤੁਸੀਂ ਮਾਰ ਲੋਗੇ। ਪਰ ਹੁਣ ਤਾਂ ਕਿਸਾਨਾਂ ਦੇ ਆਗੂ ਰਾਜੇਵਾਲ ਜੀ ਵੀ ਉਹੀ ਲੱਪੇ ਕਹਿਣ ਇੱਦਾਂ ਦੀਆਂ ਗੱਲਾਂ। ਨਹੀਂ ਕਹਿਣਗੇ ਜਦੋਂ ਕੋਈ ਝੂਠ ਬੋਲਣੋਂ ਹਟਦਾ ਹੀ ਨਹੀਂ ਤੇ ਉਹਦਾ ਤਰੀਕਾ ਹੀ ਇਹੋ ਹੀ ਆ ਨਾ ਵੀ ਫਿਰ ਲੋਕੀ ਉਹਨਾਂ ਦੇ ਮਗਰ ਪੈ ਜਾਣਗੇ। ਹਾਂਜੀ, ਹੁਣ ਇਹ ਜਿਹੜੇ ਹੈਗੇ ਨੇ ਹਰਿਆਣੇ ਦੇ ਕਿਸਾਨ ਨੇ, ਉਹਨਾਂ ਨੇ ਖੱਟੜ ਨੂੰ ਤੇ ਉਹਦੀ ਗਵਰਨਮੈਂਟ ਨੂੰ ਇਹ ਜਿਹੜਾ ਹੈ ਤਹਿਸ ਨਹਿਸ ਕਰ ਦਿੱਤਾ ਹੈ। ਖੱਟੜ ਸਾਹਿਬ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ, ਉਹਨੂੰ ਪਤਾ ਵੀ ਹੋਣ ਨਹੀਂ ਦੇਣੇ ਲੋਕਾਂ ਨੇ। ਉਹਨਾਂ ਨੂੰ ਨਹੀਂ ਅਜੇ ਖਾਲਿਸਤਾਨੀ ਕਿਹਾ, ਉਹਨਾਂ ਨੂੰ ਨਹੀਂ ਅੱਤਵਾਦੀ ਕਿਹਾ। ਇਹ ਪੰਜਾਬ ਦੇ ਵਿੱਚ ਖਾਸ ਕਰਕੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਨੇ ਕਿਉਂਕਿ ਮੂਵਮੈਂਟ ਜਿਹੜੀ ਪੰਜਾਬ 'ਚੋਂ ਨਿਕਲੀ ਹੈ, ਸਾਰਾ ਮੁਲਕ ਇਹ ਤਸਲੀਮ ਕਰ ਗਿਆ ਵੀ ਪੰਜਾਬ ਦੇ ਲੋਕਾਂ ਨੇ ਬੜੀ ਬਹਾਦਰੀ ਕਰਕੇ ਸਾਨੂੰ ਅਗਵਾਈ ਦੇ ਕੇ ਸਾਨੂੰ ਸੋਝੀ 'ਚ ਲਿਆਂਦਾ ਹੈ। ਹਾਂਜੀ, ਇਸ ਕਰਕੇ ਹੁਣ ਸਾਡੇ ਜਿਹੜਾ ਸਿੱਖ ਪਰਿਵਾਰਾਂ ਦੇ ਨਾਲ ਬੰਦੇ ਨੇ ਉਹਨਾਂ ਨੂੰ ਕਿਸੇ ਨੂੰ ਨੋਟਿਸ ਦੇਈ ਜਾਂਦੇ ਨੇ, ਕਦੀ ਉਹਨਾਂ ਨੂੰ ਜਿਹੜਾ ਹੋਰ ਉਹਨਾਂ 'ਤੇ ਰੇਡ ਕਰੀ ਜਾਂਦੇ ਨੇ, ਜਿਹੜੇ ਕਿ ਬਿਲਕੁਲ ਗਲਤ ਹੈ। ਚਹਿਲ ਸਾਹਿਬ, ਇੱਕ ਅਖੀਰਲਾ ਹੀ ਸਵਾਲ ਕਿ ਬਹੁਤ ਸਾਰੇ ਨੌਜਵਾਨਾਂ ਦੇ ਨਾ ਦਿਮਾਗਾਂ 'ਚ ਇਹ ਚੱਲਦਾ ਹੈਗਾ ਕਿ ਜਿੱਦਾਂ 1984 ਤੋਂ ਬਾਅਦ ਜੋ ਸੰਤਾਪ ਤੁਸੀਂ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਹੰਢਾਇਆ ਵੀ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਹੁਣ ਫਿਰ ਉਹੀ ਕੁਛ ਹੰਢਾਉਣਾ ਪੈਣਾ। ਦੇਖੋ, ਇਹਨਾਂ ਨੇ ਸਰਕਾਰ ਦੀ ਜੋ ਪਿਛਲੇ ਸਵਾ ਮਹੀਨੇ ਤੋਂ ਕਿਸਾਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ, ਉਹ ਮੀਟਿੰਗਾਂ 'ਚੋਂ ਨਿਕਲਦਾ ਕੁਛ ਨਹੀਂ। ਕੱਲ੍ਹ ਇੱਕ ਆਗੂ ਨੇ ਕਿਹਾ, ਜਦੋਂ ਉਹਨੂੰ ਪੁੱਛਿਆ ਤੁਹਾਡੇ TV ਵਾਲੇ ਸੱਜਣਾ ਨੇ ਚਾਹੇ ਦੂਜੇ ਨਾਲ ਵੀ ਇਸ ਮੀਟਿੰਗ 'ਚੋਂ ਕੀ ਨਿਕਲਿਆ ਜੀ, ਉਹਨੇ ਇੱਕ ਛੋਟੀ ਜਿਹੀ ਗੱਲ ਕਹਿੰਦਾ ਜੀ ਮੀਟਿੰਗ 'ਚੋਂ ਮੀਟਿੰਗ ਨਿਕਲ ਆਈ ਹੈ, ਅਗਲੀ ਮੀਟਿੰਗ ਨਿਕਲ ਆਈ, ਕੁਛ ਨਹੀਂ ਹੋਇਆ। ਸੋ ਸਰਕਾਰ ਨਹੀਂ ਚਾਹੁੰਦੀ ਵੀ ਇਹ ਕਾਨੂੰਨ ਵਾਪਸ ਲੈ ਜਾਣ, ਕਿਉਂਕਿ ਸਰਕਾਰ ਦੇ ਸਿੱਧਾ ਹੀ ਹਮਲਾ ਹੋ ਗਿਆ ਵੀ ਤੁਸੀਂ ਗਲਤ ਕਾਨੂੰਨ ਕਰਕੇ ਸਾਡੇ 'ਤੇ ਲਾਗੂ ਨਹੀਂ ਕਰ ਸਕਦੇ। ਗਵਰਨਮੈਂਟ ਆਫ ਇੰਡੀਆ ਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਨਹੀਂ ਸੀ। ਗੱਲ ਇੱਥੇ ਅੜ ਗਈ ਹੈ। ਜਦੋਂ ਹੁਣ ਇਹ ਗੱਲ ਆ ਗਈ ਹੈ ਵੀ ਉਹ ਕਾਨੂੰਨ ਨਹੀਂ ਸੀ ਬਣਾ ਸਕਦੇ, ਵਾਪਸ ਲੈ ਲੈਣ, ਕਿਉਂ ਇਸ ਤਰ੍ਹਾਂ ਦੀ ਗਲਤੀ ਕਰ ਰਹੇ ਨੇ। ਸੋ ਇਹਨਾਂ ਦੇ ਸੰਤਾਪ ਜਿਹੜਾ ਨੇ ਇਹ ਇਸ ਕਰਕੇ ਇਹ ਜਿਹੜਾ ਹੈ ਮੋਰਚੇ ਨੂੰ ਬਦਨਾਮ ਕਰਨ ਲਈ, ਫੇਲ ਕਰਨ ਲਈ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਹੈ ਹੱਲਾ ਪੰਜਾਬ ਦੀ ਹੋਣਾ। ਤੁਹਾਨੂੰ ਲੱਗਦਾ ਕਿ ਫਿਰ ਪੰਜਾਬ ਦੇ ਵਿੱਚ ਇੱਕ ਵਾਰ ਖੂਨ ਦੀ ਹੋਲੀ ਹੋਏਗੀ ਜੀ। ਇਹ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਨੇ ਕਿਸਾਨ ਲੀਡਰ ਨੇ, ਉਹਨਾਂ ਨੂੰ ਕੋਸ਼ਿਸ਼ ਕਰਨੇ ਬਹੁਤ ਵੱਡੀ ਤੰਗੀ ਦੇਣ ਦੀ। ਹਾਂਜੀ, ਹੁਣ ਇਸ ਕਰਕੇ ਜਿਹੜਾ ਹੈ ਅਜੇ ਰੁਕੇ ਨੇ ਵੀ ਉਹਨਾਂ ਦੇ ਹੱਥ, ਕਿਉਂਕਿ ਸਾਰੇ ਇੰਡੀਆ 'ਚ ਫੈਲ ਗਿਆ। ਹੁਣ ਨੌਜਵਾਨ ਜਿਹੜੇ ਨੇ ਬੱਚੇ, ਉਹਨਾਂ ਦੀ ਅਜੇ ਜਦੋਂ ਇਹ ਜਿਹੜੀ ਹੈ ਕਿਸਾਨਾਂ ਦੇ ਨਾਲ ਰਾਬਤਾ ਨਹੀਂ ਹੋ ਸਕਦਾ, ਕਿਸਾਨ ਇਕੱਲੇ ਆਦਮੀ ਦਾ ਤਾਂ ਕੇਸ ਨਹੀਂ ਲੜਨ ਲੱਗੇ ਹੁਣ। ਇਸ ਕਰਕੇ ਉਹਨਾਂ ਨੇ ਇਹੋ ਗੱਲ ਸਮਝੀ ਹੈ ਵੀ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਤੁਸੀਂ ਘੇਰੋ
ਤਾਂ ਕਿ ਲੋਕਾਂ 'ਚ ਹੱਲ-ਮੱਲ ਮਚੇ ਵੀ ਆਪਾਂ ਜੇ ਜਾਵਾਂਗੇ ਤੇ ਸਾਡੇ ਤੇ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੇ ਏਜੰਸੀਆਂ ਜਿਹੜੀਆਂ ਉਹ ਸਾਨੂੰ ਤੰਗ ਕਰਨਗੀਆਂ। ਇਸ ਕਰਕੇ ਸੰਤਾਪ ਦੀ ਜਿਹੜੀ ਹੈ ਜਿਹੜੀ ਹੈਗੀ ਆਸ ਹੈਗੀ ਹੈ ਜੀ। ਅੱਛਾ, ਐਜ਼ ਏ ਵਕੀਲ ਪੰਜਾਬ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਅੰਦਰ ਸੰਘਰਸ਼ ਦੀ ਭਾਵਨਾ ਹੈਗੀ, ਜਿਹੜੇ ਚਾਹੁੰਦੇ ਹੈਗੇ ਕਿ ਮਾਹੌਲ ਸਾਰਾ ਠੀਕ ਹੋਵੇ, ਜਿਹੜੇ ਚਾਹੁੰਦੇ ਆ ਕਿ ਇਨਸਾਫ ਮਿਲੇ, ਸਾਡੇ ਨਾਲ ਧੱਕਾ ਵੀ ਨਾ ਹੋਵੇ, ਜਾਂ ਕਹਿ ਲਓ ਪੰਜਾਬੀ 'ਚ ਆਪਾਂ ਪੇਂਡੂ ਭਾਸ਼ਾ 'ਚ ਕਹਿੰਦੇ ਆ ਵੀ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ, ਇੱਦਾਂ ਦਾ ਕੋਈ ਸੁਨੇਹਾ? ਦੇਖੋ, ਇਹ ਗੱਲਾਂ ਦੋ ਇਕੱਠੀਆਂ ਇੱਥੇ ਨਹੀਂ ਚੱਲ ਸਕਦੀਆਂ ਜੀ। ਸਿੱਖਾਂ ਦਾ ਇਤਿਹਾਸ ਹੁਣ ਕਿੱਡਾ ਵੱਡਾ ਹੈ ਜੀ। ਵੀ ਜੇ ਜ਼ਾਲਮ ਨਾਲ ਤੁਸੀਂ ਲੜਨਾ ਹੈ ਤੇ ਪਹਿਲੇ ਪਾਤਸ਼ਾਹ ਅਰਗੋਂ ਬਾਬਰ ਦੀ ਜੇਲ੍ਹ 'ਚ ਜਾਣਾ ਹੀ ਪਊਗਾ। ਹਾਂਜੀ, ਜੇ ਤੁਸੀਂ ਸਰਕਾਰ ਨੂੰ ਚੈਲੰਜ ਦੇਣਾ ਤੇ ਗੁਰੂ ਗੋਬਿੰਦ ਸਿੰਘ ਵਰਗੀ ਕੁਰਬਾਨੀ ਦੇਣੀ ਪਊਗੀ, ਜਾਂ ਬਾਕੀ ਜੋ ਉਹਨਾਂ ਦੇ ਸਿੰਘਾਂ ਨੇ ਕੀਤੀ ਹੈ। ਸੋ ਤਸ਼ੱਦਦ ਹੋਏਗਾ ਹੋਣਾ ਜਿਹੜਾ ਹੈ ਸਰਕਾਰਾਂ ਵੱਲੋਂ ਆਸ ਕੀਤੀ ਜਾਣੀ ਚਾਹੀਦੀ ਹੈ, ਪਰ ਉਹਨੂੰ ਹੁਣ ਬਰਦਾਸ਼ਤ ਕਰਨਾ, ਉਹਨੂੰ ਤਕੜੇ ਹੋ ਕੇ ਜਿਹੜਾ ਉਹਦੇ ਖਿਲਾਫ ਜਦੋਜਹਿਦ ਕਰਨੀ, ਇਹ ਖਾਸ ਕਰਕੇ ਸਿੱਖਾਂ ਦਾ ਤਾਂ ਧਰਮ ਹੀ ਬਣ ਗਿਆ। ਤੇ ਇਸ ਕਰਕੇ ਹੁਣ ਜਿਸ ਤਰ੍ਹਾਂ ਦਾ ਇਸ ਵੇਲੇ ਮੋਰਚਾ ਲਾਇਆ ਹੈ, ਇਸ ਤੋਂ ਚੰਗਾ ਮੋਰਚਾ ਸਾਰੀ ਦੁਨੀਆ 'ਚ ਕਦੀ ਨਹੀਂ ਲੱਗਿਆ, ਨਾ ਲੱਗੇਗਾ। ਅਮਨ ਵਾਲਾ, ਕੋਈ ਕਾਨੂੰਨ ਦੀ ਉਲੰਘਣਾ ਨਹੀਂ। ਹਾਂਜੀ, ਕੋਈ ਜਿਹੜੀ ਉੱਥੇ ਜਿਹੜੀ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜਿਹੜੀ ਕਿ ਸਰਕਾਰ ਕਵੇ ਵੀ ਇਹ ਗੈਰ ਕਾਨੂੰਨੀ ਆ। ਹੁਣ ਇਹਨੂੰ ਸਰਕਾਰ ਨੇ ਬਦੋ ਬਦੀ ਬਣਾਉਣਾ ਹੈ ਤੇ ਇਹਨੂੰ ਤੁਸੀਂ ਇਸ ਤਸ਼ੱਦਦ ਨੂੰ ਜਿਹੜਾ ਹੈ ਤੁਹਾਡੇ ਤੇ ਝੂਠੇ ਕੇਸ ਬਣਦੇ ਨੇ ਚਾਹੇ ਬਣਨਗੇ, ਉਹਨਾਂ ਨੂੰ ਤੁਹਾਨੂੰ ਤਕੜੇ ਹੋ ਕੇ ਲੜਨਾ ਹੀ ਪਊਗਾ। ਜੀ ਜ਼ਰੂਰ। ਚਾਹਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਜਾਣਕਾਰੀ ਦਿੱਤੀ। ਚਾਹਲ ਸਾਹਿਬ ਦਾ ਕਹਿਣਾ ਹੈਗਾ ਕਿ ਜਿਹੜੇ ਲੋਕ ਚਾਹੁੰਦੇ ਆ, ਖਾਸ ਕਰਕੇ ਪੰਜਾਬ ਦੇ ਲੋਕ ਜਾਂ ਸਿੱਖ, ਕਿ ਅਮਨ ਹੋਵੇ, ਜਿਹੜੇ ਚਾਹੁੰਦੇ ਹੈਗੇ ਆ ਕਿ ਅਸੀਂ ਨਿਆਂ ਚਾਹੁੰਦੇ ਹੈਗੇ ਆ, ਜਿਹੜੇ ਚਾਹੁੰਦੇ ਆ ਕਿ ਸਾਨੂੰ ਜਿਹੜੇ ਸਾਡੇ ਹੱਕ ਹਕੂਕ ਹੈਗੇ ਆ ਉਹ ਜ਼ਰੂਰ ਮਿਲਣੇ ਚਾਹੀਦੇ ਆ। ਚਾਹਲ ਸਾਹਿਬ ਦਾ ਕਹਿਣਾ ਹੈਗਾ ਕਿ ਸਰਕਾਰ ਇੱਦਾਂ ਦੇ ਹਾਲਾਤ ਪੈਦਾ ਕਰ ਸਕਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜਿਵੇਂ ਪੰਜਾਬ ਦੇ ਲੋਕਾਂ ਨੇ ਆਪਣੇ ਪਿੰਡੇ ਦੇ ਉੱਪਰ ਸੰਤਾਪ ਹੰਢਾਇਆ ਸੀਗਾ, ਜਿਵੇਂ ਪੰਜਾਬ ਦੀ ਜਿਹੜੀ ਮਿੱਟੀ ਹੈਗੀ ਆ ਇੱਥੋਂ ਦੇ ਲੋਕਾਂ ਦੇ ਲਹੂ ਨਾਲ ਰੰਗੀ ਗਈ ਸੀਗੀ, ਵੀ ਸਰਕਾਰ ਇੱਦਾਂ ਦਾ ਮਾਹੌਲ ਬਣਾ ਸਕਦੀ ਹੈ। ਚਾਹਲ ਸਾਹਿਬ ਦਾ ਕਹਿਣਾ ਹੈਗਾ ਕਿ ਮੈਂ ਵਕੀਲ ਹੋਣ ਦੇ ਨਾਤੇ ਕਹਿਣਾ ਕਿ ਤੁਹਾਨੂੰ ਤਕੜੇ ਹੋ ਕੇ ਹੀ ਰਹਿਣਾ ਪਊਗਾ ਔਰ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟਮੈਂਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਅਸਟੇਟ ਵਿੱਚ ਮਾਹਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਅਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸਵੀਟ ਨੰਬਰ 204, ਹਿਊਸਟਨ, ਟੈਕਸਾਸ। ਤੁਸੀਂ ਸਾਨੂੰ ਸਾਡੇ ਫ਼ੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼।